ਡੀਡੀ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਮੈਂ ਹਾਂ ਨਵਜੋਤ ਕੌਰ ਸਿੱਧੂ। ਸੋ ਅੱਜ ਦਾ ਲਾਈਵ ਸ਼ੋਅ ਲੈ ਕੇ ਹਾਜ਼ਰ ਹਾਂ ਜੀ। ਪ੍ਰੋਗਰਾਮ ਦਾ ਨਾਮ ਹੈ ਜਿਵੇਂ ਜਾਣਦੇ ਹੋ ਅੱਜ ਦੀ ਗੱਲ, ਤੇ ਅੱਜ ਦੀ ਗੱਲ ਦੇ ਵਿੱਚ ਸਭ ਤੋਂ ਮਹੱਤਵਪੂਰਨ ਹੈ ਜਿਹੜੀ ਗੱਲ ਜਿਹਦੇ ਬਾਰੇ ਗੱਲ ਕਰਨੀ ਬਣਦੀ ਹੈ ਸਾਈਬਰ ਕ੍ਰਾਈਮ। ਸਾਈਬਰ ਕ੍ਰਾਈਮ ਦਾ ਜਿਹੜੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਚਿੰਤਾ ਦਾ ਵਿਸ਼ਾ ਹੋ ਰਹੀ ਹੈ। ਇਸੇ ਵਿਸ਼ੇ ਦੇ ਉੱਤੇ ਅੱਜ ਗੱਲਬਾਤ ਕਰਾਂਗੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਟੂਡੀਓ ਦਾ ਹਿੱਸਾ ਬਣੇ ਨੇ ਐਡਵੋਕੇਟ ਵਿਕਰਾਂਤ ਰਾਣਾ ਜੀ, ਜੋ ਸੂਬਾ ਪ੍ਰਧਾਨ ਨੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਦੇ। ਵਿਕਰਾਂਤ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਜੀ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਤੇ ਮੇਰੇ ਬਿਲਕੁਲ ਉਸ ਤੋਂ ਅੱਗੇ ਬੈਠੇ ਨੇ ਸੀਨੀਅਰ ਪੱਤਰਕਾਰ ਮਨੂਪਾਲ ਜੀ। ਮਨੂਪਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਜੀ। ਥੈਂਕ ਯੂ ਜੀ। ਥੈਂਕ ਯੂ। ਸਮੇਂ ਨੇ ਕਰਵਟ ਲਈ ਤੇ ਹੌਲੀ ਹੌਲੀ ਅਸੀਂ ਆਈਟੀ ਦੇ ਵਿੱਚ ਦਾਖਲ ਹੋ ਗਏ। ਜਿੱਦਾਂ ਜਿੱਦਾਂ ਟੈਕਨੋਲੋਜੀ ਨੇ ਅੱਗੇ ਆਪਣੇ ਪੈਰ ਪਸਾਰੇ, ਉਸ ਦੇ ਨਾਲ ਹੀ ਸਾਈਬਰ ਕ੍ਰਾਈਮ ਦੇ ਵਿੱਚ ਵਾਧਾ ਦਰਜ ਕੀਤਾ ਗਿਆ। ਜਦੋਂ ਅਸੀਂ ਵਿਕਰਾਂਤ ਜੀ ਗੱਲ ਕਰਦੇ ਹਾਂ ਸਾਈਬਰ ਕ੍ਰਾਈਮ ਦੀ, ਕੰਨ ਅਲਰਟ ਹੋ ਜਾਂਦੇ ਸਾਡੇ ਪੂਰੇ। ਪਰ ਨਾਲ ਦੀ ਨਾਲ ਇੱਕ ਜਾਣਕਾਰੀ ਜਿਹੜੀ ਅਹਿਮ ਹੁੰਦੀ ਹਰ ਵਾਰੀ ਕਿ ਸਾਈਬਰ ਅਪਰਾਧ ਦੇ ਦਾਇਰੇ ਨੂੰ ਅਸੀਂ ਕਿਵੇਂ ਦੇਖਦੇ ਹਾਂ, ਸਾਈਬਰ ਅਪਰਾਧ ਦੀ ਪਰਿਭਾਸ਼ਾ ਨੂੰ ਕਿਵੇਂ ਸਮਝਦੇ ਹਾਂ। ਤੁਸੀਂ ਬੜਾ ਅੱਛਾ ਸਵਾਲ ਪੁੱਛਿਆ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹਦੀ ਡੈਫੀਨੇਸ਼ਨ ਇਹਦੀ ਜਾਣਕਾਰੀ ਨਹੀਂ ਹੁੰਦੀ ਕਿ ਉਹਨਾਂ ਨਾਲ ਅਪਰਾਧ ਕਿਸ ਫਾਰਮ ਦਾ ਹੋ ਰਿਹਾ। ਜ਼ਿਆਦਾਤਰ ਲੋਕ ਫੌਜਦਾਰੀ ਜਾਂ ਦੀਵਾਨੀ ਮੁਕੱਦਮਿਆਂ 'ਚ ਉਲਝੇ ਰਹਿੰਦੇ ਨੇ। ਇਹ ਸਾਈਬਰ ਅਪਰਾਧ ਉਹ ਵਾਲੇ ਅਪਰਾਧ ਹੈ ਜਿਹਦੇ ਵਿੱਚ ਡਿਜੀਟਲ ਜਾਂ ਟੈਕਨੋਲੋਜੀ ਦਾ ਜਾਂ ਕੰਪਿਊਟਰ ਦਾ ਇਸਤੇਮਾਲ ਹੁੰਦਾ ਹੈ ਦੂਸਰੇ ਨੂੰ ਹਾਨੀ ਪਹੁੰਚਾਉਣ ਲਈ। ਰੋਂਗਫੁਲ ਲਾਸ ਕਿਸੇ ਦਾ ਕਰਨਾ ਤੇ ਆਪਣਾ ਰੋਂਗਫੁਲ ਗੇਨ ਕਰਨਾ, ਉਹਨੂੰ ਅਸੀਂ ਸਾਈਬਰ ਅਪਰਾਧ ਕਹਿੰਦੇ ਹਾਂ। ਜਨਰਲੀ ਤੁਸੀਂ ਦੇਖਿਆ ਹੋਊਗਾ ਮੈਡਮ, ਬਹੁਤ ਸਾਰੀਆਂ ਸਾਈਬਰ ਅਪਰਾਧ ਆਉਂਦੇ ਨੇ, ਲੇਕਿਨ ਇਹਦੀਆਂ ਮੋਟੀਆਂ-ਮੋਟੀਆਂ 5 ਸ਼੍ਰੇਣੀਆਂ ਜਿਹਦੇ ਚ ਈਮੇਲ ਫਰਾਡ ਆਉਂਦੇ ਨੇ ਕਿ ਈਮੇਲ ਰਾਹੀਂ ਲੋਕਾਂ ਦੇ ਨਾਲ ਠੱਗੀ ਦੇ ਮਸਲੇ ਜਾਂ ਕਿਸੇ ਦੇ ਈਮੇਲ ਨੂੰ ਹੈਕ ਕਰ ਲੈਣਾ, ਦੂਸਰਾ ਹੈਕਿੰਗ ਦੇ ਵਿੱਚ ਆ ਜਾਂਦਾ। ਤੀਸਰਾ ਤੁਸੀਂ ਜਨਰਲੀ ਦੇਖਿਆ ਹੋਣਾ ਆਇਡੈਂਟੀਟੀ ਥੈਫਟ, ਉਹਦੇ ਵਿੱਚ ਤੁਹਾਡੇ ਸਿਗਨੇਚਰ ਕੋਈ ਡਿਜੀਟਲ ਕਰਕੇ ਭੇਜ ਰਿਹਾ, ਤੁਹਾਡੇ ਆਧਾਰ ਕਾਰਡ ਦੀਆਂ ਡੁਪਲੀਕੇਟ ਕਾਪੀਜ਼ ਬਣਾ ਲੈਂਦਾ। ਠੀਕ ਹੈ ਜੀ। ਔਰ ਚੌਥਾ ਤੁਹਾਡਾ ਆਉਂਦਾ ਐਕਸਟੋਰਸ਼ਨ। ਐਕਸਟੋਰਸ਼ਨ ਕਿਹਨੂੰ ਕਿਹਾ ਜਾਂਦਾ? ਤੁਹਾਡੀਆਂ ਕੋਈ ਨਾ ਕੋਈ ਇਦਾਂ ਦੀਆਂ ਜਾਣਕਾਰੀਆਂ ਲੈ ਕੇ, ਕਿਸੇ ਦੀਆਂ ਵੀ ਹੈ, ਉਹਨੂੰ ਜਾ ਕੇ ਬਲੈਕਮੇਲ ਕਰਨਾ, ਉਹਨੂੰ ਪ੍ਰਤਾੜਿਤ ਕਰਨਾ, ਉਹਨੂੰ ਮੈਂਟਲ ਐਗਨੀ ਦੇਣਾ, ਜਾਂ ਉਹਦੇ ਕੋਲੋਂ ਰੈਂਸਮਵੇਅਰ ਜਿਹਨੂੰ ਕਿਹਾ ਜਾਂਦਾ ਹੈ ਰੈਂਸਮਵੇਅਰ ਤੁਸੀਂ ਲੈਣਾ। ਔਰ ਚੌਥਾ ਇਹਦੇ ਵਿੱਚ ਮਾਲਵੇਅਰ ਅਟੈਕਸ ਕਹੇ ਗਏ ਨੇ। ਇਹ ਇੱਕ ਟੈਕਨੋਲੋਜੀਕਲ ਸ਼ਬਦ ਹੈ। ਕਈ ਵਾਰੀ ਤੁਸੀਂ ਇੰਟਰਨੈਟ ਜਾਂ ਕੰਪਿਊਟਰ ਜਾਂ ਮੋਬਾਈਲ ਹਰ ਚੀਜ਼ ਦੀ ਵਰਤੋਂ ਕਰਦੇ ਹੋ ਉਹਨਾਂ ਇੰਟਰਨੈਟ ਨਾਲ ਕਨੈਕਟ ਹੋ ਕੇ। ਜਦੋਂ ਤੁਸੀਂ ਕਨੈਕਟ ਕਰਦੇ ਹੋ, ਉਹ ਕੋਈ ਨਾ ਕੋਈ ਕਿਸੇ ਫਾਰਮ 'ਚ ਤੁਹਾਡੇ ਕੰਪਿਊਟਰ 'ਚ ਵਾਇਰਸ ਦੀ ਟਰਾਂਸਫੋਰਮੇਸ਼ਨ ਕਰ ਦਿੰਦਾ, ਜਿਹਦੇ ਨਾਲ ਉਹ ਚੀਜ਼ ਸਲੋ ਹੋ ਜਾਂਦੀ ਹੈ। ਫਿਰ ਉਹ ਤੁਹਾਨੂੰ ਡਿਮਾਂਡ ਕਰਦੇ ਕਿ ਸਾਡੇ ਕੋਲੋਂ ਆਹ ਪ੍ਰੋਡਕਟ ਤੁਸੀਂ ਖਰੀਦ ਲਓ, ਇਹ ਇੰਨੇ ਡਾਲਰ ਦਾ ਜਾਂ ਇਹਦੀ ਇੰਨੀ ਕਾਸਟ ਹੈ। ਉਹ ਤੁਹਾਨੂੰ ਉਹਦੀ ਡਿਪੈਂਡੈਂਸੀ ਬਣ ਜਾਂਦੀ ਹੈ। ਤੇ ਮੋਟਾ-ਮੋਟਾ ਸਾਈਬਰ ਅਪਰਾਧ ਡਿਜੀਟਲ ਪਲੇਟਫਾਰਮ ਨੂੰ ਯੂਜ਼ ਕਰਕੇ ਕੀਤੇ ਜਾਂਦੇ ਆ, ਤੇ ਈਮੇਲ ਫਰਾਡ ਤੋਂ ਲੈ ਕੇ ਰੈਂਸਮਵੇਅਰ ਤੱਕ ਇਹਨੂੰ ਕੈਟਾਗਰਾਈਜ਼ ਕੀਤਾ ਹੋਇਆ। ਨਾਲ ਦੀ ਜਦੋਂ ਮਨੂਪਾਲ ਜੀ ਗੱਲ ਕਰਦੇ ਹੋ, ਜਦੋਂ ਡਿਜੀਟਲ ਦੀ ਗੱਲ ਆਉਂਦੀ ਹੈ, ਮੀਡੀਆ ਡਿਜੀਟਲ ਹੋ ਗਿਆ, ਅਸੀਂ ਕਰੋਨਾ ਤੋਂ ਬਾਅਦ ਆਲਮੋਸਟ ਆਨਲਾਈਨ ਹੋ ਗਿਆ, ਚੈਨਲ ਸਾਡੇ ਚੱਲ ਪਏ। ਇਹ ਜਿਹੜੀ ਚੀਜ਼ ਹੈ, ਜਿਹੜੇ ਅਪਰਾਧ ਹੈ, ਇਹਨੇ ਕੀ ਮੀਡੀਆ ਦੇ ਵਿੱਚ ਵੀ ਦਾਖਲਾ ਦਿੱਤਾ? ਜੀ ਬਿਲਕੁਲ ਕੀਤਾ ਹੈ। ਤੁਸੀਂ ਦੇਖੋ ਕਿ ਹੁਣ ਮੀਡੀਆ ਸੈਂਟਰ ਕੋਈ ਵੀ ਬਣ ਸਕਦਾ ਹੈ। ਤੁਹਾਡੇ ਕੋਲ ਹੋਣਾ ਕੀ ਚਾਹੀਦਾ ਜੀ? ਇੱਕ ਮੋਬਾਈਲ ਹੋਣਾ ਚਾਹੀਦਾ। ਤੁਸੀਂ ਆਪ ਦਾ ਨਿਊਜ਼ ਪੋਰਟਲ ਸ਼ੁਰੂ ਕਰ ਲੈਂਦੇ ਹੋ, ਲੇਕਿਨ ਉਸ ਪੋਰਟਲ ਦੇ ਉੱਤੇ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ, ਉਹ ਸੱਚ ਹੈ ਜਾਂ ਨਹੀਂ ਹੈ, ਉਹਦਾ ਸੋਰਸ ਕੀ ਹੈ, ਕਿ ਉਸ ਨੂੰ ਆਇਡੈਂਟੀਫਾਈ ਕੌਣ ਕਰ ਰਿਹਾ ਹੈ, ਕਿਹਨੇ ਕੀਤਾ ਹੈ, ਤੇ ਉਹ ਜਾਣਕਾਰੀ ਕਿੰਨੀ ਕੁ ਸੱਚ ਹੈ। ਇਹ ਬਹੁਤ ਇਸ ਵੇਲੇ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ ਕਿ ਕੋਈ ਵੀ ਅੱਜ ਖਬਰ ਤੇ ਉਹ ਹੁੰਦੀ ਹੈ ਜਿਹੜੀ ਕਿ ਇੰਡੀਪੈਂਡੈਂਟ ਹੋਵੇ, ਜਿਹੜੀ ਪੱਖਵਾਦ ਕਿਸੇ ਦਾ ਉਹਦੇ ਵਿੱਚ ਨਾ ਹੋਵੇ ਕਿ ਤੁਸੀਂ ਇੱਕ ਪਾਸੇ ਬਾਇਸਡ ਹੋ ਕੇ ਖਬਰ ਲਿਖ ਰਹੇ ਹੋ। ਐਸਾ ਕੁਝ ਨਹੀਂ ਹੋਣਾ ਚਾਹੀਦਾ। ਲੇਕਿਨ ਜਦੋਂ ਦੀ ਇਹ ਟੈਕਨੋਲੋਜੀ ਆ ਗਈ ਹੈ, ਇਹਦੇ ਵਿੱਚ ਹੁਣ ਸਭ ਕੁਝ ਮਿਕਸ ਅਪ ਹੋ ਰਿਹਾ, ਮੈਸ਼ ਅਪ ਹੋ ਰਿਹਾ। ਉਹਦੇ ਨਾਲ ਕੀ ਹੋ ਰਿਹਾ ਕਿ ਤੁਹਾਨੂੰ ਕਿਸੇ ਵੀ ਖਬਰ ਦੇ ਉੱਤੇ ਵਿਸ਼ਵਾਸ ਕਰਨ ਤੋਂ ਪਹਿਲਾਂ ਤੁਹਾਨੂੰ ਉਹਦੀ ਆਥੈਂਟਿਸਿਟੀ ਚੈੱਕ ਕਰਨਾ ਹੁਣ ਬੇਹੱਦ ਲਾਜ਼ਮੀ ਹੋ ਗਿਆ ਵੀ ਇਸ ਖਬਰ ਦਾ ਸੋਰਸ ਕੀ ਹੈਗਾ, ਕਿ ਇਹ ਖਬਰ ਠੀਕ ਵੀ ਹੈ ਕਿ ਨਹੀਂ ਹੈ। ਹੁਣ ਤੁਸੀਂ ਦੇਖਿਆ ਹੋਣਾ ਕਿ ਪੋਰਟਲਸ ਦੇ ਉੱਤੇ ਅੱਜ ਕੱਲ੍ਹ ਕੁਝ ਵੀਡੀਓਜ਼ ਪੈਣ ਲੱਗ ਗਏ। ਉਹਦੇ ਵਿੱਚ ਨਾ ਤਾਂ ਇਹ ਪਤਾ ਹੁੰਦਾ ਸ਼ਹਿਰ ਕਿਹੜਾ, ਨਾ ਪਤਾ ਹੁੰਦਾ ਜਗ੍ਹਾ ਕਿਹੜੀ ਹੈ, ਨਾ ਟਾਈਮ ਕਿਹੜਾ, ਕੁਝ ਨਹੀਂ ਪਤਾ। ਇਹ ਦੇਸ਼ ਹੈ, ਵਿਦੇਸ਼ ਹੈ ਜਾਂ ਪੰਜਾਬ ਹੈ, ਇਹਦੇ ਬਾਰੇ ਵੀ ਕੁਝ ਨਹੀਂ ਪਤਾ ਹੁੰਦਾ। ਹੁਣ ਉਹ ਖਬਰ ਚੱਲ ਰਹੀ ਹੈ। ਅੱਛਾ, ਫਿਰ ਦੂਸਰੀ ਗੱਲ ਕੀ ਹੈ ਕਿ ਜਿਹੜੇ ਸਾਡੇ ਹੁਣ ਵਿਊਅਰਸ ਨੇ ਜਾਂ ਲਿਸਨਰਸ ਨੇ, ਉਹ ਕੀ ਕਰਦੇ ਨੇ? ਅੱਜ ਕੱਲ੍ਹ ਉਹਨੂੰ ਫਾਰਵਰਡ ਬੜੀ ਜਲਦੀ ਕਰਦੇ ਨੇ, ਕਿਉਂਕਿ ਟੈਕਨੋਲੋਜੀ ਹੈਗੀ ਹੈ। ਹੁਣ ਉਹ ਅੱਗ, ਜੰਗਲ ਦੀ ਅੱਗ ਦੀ ਤਰ੍ਹਾਂ ਉਹ ਖਬਰ ਫੈਲਦੀ ਹੈ, ਲੇਕਿਨ ਪਤਾ ਕਿਸੇ ਨੂੰ ਨਹੀਂ ਹੈ ਕਿ ਉਹ ਖਬਰ ਠੀਕ ਹੈ ਜਾਂ ਗਲਤ ਹੈ, ਜਾਂ ਇਹ ਸੋਸਾਇਟੀ ਦੇ ਕਿਸ ਸੈਗਮੈਂਟ ਨੂੰ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਕਰਨ ਜਾ ਰਿਹਾ। ਰਾਣਾ ਜੀ, ਇਹ ਇਹਦੇ ਨਾਲ ਚੀਜ਼ ਤੁਹਾਡੀ ਗੱਲ ਨਾਲ ਇੱਕ ਜੁੜਦੀ ਹੈ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਸਾਈਬਰ ਅਪਰਾਧਾਂ ਦਾ ਘੇਰਾ, ਕਿਹੜੀਆਂ ਗਤੀਵਿਧੀਆਂ, ਜੋ ਮਨੂਪਾਲ ਜੀ ਨੇ ਵੀ ਗੱਲ ਕੀਤੀ, ਮੀਡੀਆ ਦਾ ਇੱਕ ਆਪਾਂ ਲੈ ਕੇ ਚੱਲੀਏ ਤਾਂ ਉਹਦਾ ਘੇਰਾ ਬਹੁਤ ਵਾਸਟ ਹੋ ਜਾਂਦਾ। ਇਸ ਤੋਂ ਇਲਾਵਾ ਅਗਰ ਆਪਾਂ ਸਮਾਜਿਕ ਤੌਰ ਤੇ ਬਾਹਰ ਨਿਕਲਦੇ ਹਾਂ, ਕਿਹੜੀਆਂ ਗਤੀਵਿਧੀਆਂ ਜਿਹਨੂੰ ਫਿਰ ਅਸੀਂ ਸ਼ਾਮਲ ਕਰ ਸਕਦੇ ਹਾਂ ਕਿ ਇਹ ਸਾਈਬਰ ਅਪਰਾਧ ਦੇ ਘੇਰੇ ਚ ਆਉਂਦੀਆਂ? ਹੁਣ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਸਾਈਬਰ ਅਪਰਾਧ ਇੱਕ ਬਹੁਤ ਬ੍ਰੌਡ ਟਰਮ ਹੈ। ਤੁਸੀਂ ਚਾਹੇ ਕੰਪਿਊਟਰ ਯੂਜ਼ ਕਰ ਲਓ, ਚਾਹੇ
ਇੰਟਰਨੈਟ ਯੂਜ਼ ਕਰ ਲਓ, ਚਾਹੇ ਮੀਡੀਆ ਦਾ ਹਵਾਲਾ ਦੇ ਲਓ, ਚਾਹੇ ਤੁਸੀਂ ਆਪਣੀਆਂ ਪਰਸਨਲ ਪੇਟੀਐਮ ਤੋਂ ਲੈ ਕੇ ਕੋਈ ਵੀ ਟ੍ਰਾਂਜੈਕਸ਼ਨਸ ਕਰਦੇ ਹੋ, ਉਹ ਸਾਰੀਆਂ ਸਾਈਬਰ ਅਪਰਾਧ ਚ ਆਉਂਦੀਆਂ। ਹੁਣ ਜਿਸ ਤਰ੍ਹਾਂ ਮਨੂ ਜੀ ਨੇ ਜ਼ਿਕਰ ਕੀਤਾ ਕਿ ਨਿਊਜ਼ ਤੇ ਕਈ ਵਾਰੀ ਰਿਊਮਰਸ ਫੈਲ ਜਾਂਦੀ ਹੈ, ਜਿਹਦੇ ਨਾਲ ਪੈਨਿਕ ਵੀ ਆ ਸਕਦੇ ਲੋਕ ਕਿ ਇੱਥੇ ਉਹਦੀ ਅਥੈਂਟਿਸਿਟੀ ਦਾ ਕੋਈ ਪ੍ਰੂਫ ਨਹੀਂ। ਤੇ ਇਹਦੇ ਬਾਰੇ ਮੈਂ ਥੋੜਾ ਜਿਹਾ ਦਰਸ਼ਕਾਂ ਨੂੰ ਡਿਟੇਲ ਚ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਬਾਰੇ ਦੱਸਣਾ ਚਾਹੂੰਗਾ, ਜਿਹਦੇ ਚ ਬਹੁਤ ਸਾਰੇ ਲੁਕੇ ਹੋਏ ਸਵਾਲਾਂ ਦੇ ਜਵਾਬ ਬੰਦੇ ਨੂੰ ਮਿਲ ਜਾਣਗੇ, ਔਰ ਕਰਨ ਤੋਂ ਪਹਿਲੇ ਉਹ 4 ਵਾਰੀ ਅਪਰਾਧ ਸੋਚੇਗਾ। ਕਈ ਵਾਰੀ ਚੀਜ਼ਾਂ ਜਾਣੇ ਅਣਜਾਣੇ ਚ ਹੋ ਜਾਂਦੀਆਂ, ਬੰਦੇ ਨੂੰ ਇਗਨੋਰੈਂਸ ਆਫ ਲਾਅ ਇਜ਼ ਨੋ ਐਕਸਕਿਊਜ਼ ਇੱਕ ਟਰਮ ਆਂਦੀ, ਲੇਕਿਨ ਜੇ ਨਹੀਂ ਪਤਾ ਤੇ ਅਸੀਂ ਕੀ ਕਰੀਏ, ਫਿਰ ਤੁਹਾਡੇ ਚੈਨਲ ਰਾਹੀਂ ਅਸੀਂ ਜਾਣਕਾਰੀ ਦੇ ਸਕਦੇ ਹਾਂ। IT ਐਕਟ 2000 ਚ ਬਣਿਆ, ਪਾਸ ਹੋਇਆ, 2008 ਦੇ ਵਿੱਚ ਚ ਅਮੈਂਡਮੈਂਟਸ ਆਈਆਂ। IT ਐਕਟ ਹੈ ਕਿ ਜਿਹੜੇ ਵੀ ਅਪਰਾਧ ਕੰਪਿਊਟਰ ਰਿਲੇਟਡ, ਸਾਈਬਰ ਰਿਲੇਟਡ ਬਣਦੇ ਨੇ, ਕਿਸੇ ਬਾਰੇ ਗੰਦੀ ਸ਼ਬਦਾਵਲੀ ਬੋਲਦੇ ਨਹੀਂ, ਕਿਸੇ ਦੀ ਫੋਟੋ ਨੂੰ ਗਲਤ ਪਾਸੇ ਟ੍ਰੀਟ ਕਰ ਦੇਣਾ, ਇਹ ਸਾਰੇ ਜਿਹੜੇ ਡਿਜੀਟਲ ਪਲੇਟਫਾਰਮ ਯੂਜ਼ ਹੋ ਕੇ ਹੁੰਦੇ ਨੇ, ਉਹ IT ਐਕਟ ਇਹਦੇ ਅੰਡਰ ਟਰਾਈ ਕਰਦਾ। ਹੁਣ ਇਹਦੇ ਵਿੱਚ ਜਿਹੜੇ ਕੁਝ ਸੈਕਸ਼ਨ ਨੇ, ਸੈਕਸ਼ਨ 65 ਤੋਂ ਲੈ ਕੇ ਸੈਕਸ਼ਨ 71 ਤੱਕ ਨੇ, ਲੇਕਿਨ ਮੈਂ ਕੁਝ ਇੰਪੋਰਟੈਂਟ ਸੈਕਸ਼ਨ ਦਰਸ਼ਕਾਂ ਨੂੰ ਜ਼ਰੂਰ ਦੱਸੂਗਾ ਜਿਹਦੇ ਅੰਦਰ ਉਹਨਾਂ ਤੇ ਪਰਚਾ ਦਰਜ ਹੋ ਸਕਦਾ, ਕੇਸ ਰਜਿਸਟਰ ਹੋ ਸਕਦਾ ਔਰ ਉਹਨਾਂ ਨੂੰ ਸਜ਼ਾ ਹੋ ਸਕਦੀ ਹੈ। ਸੈਕਸ਼ਨ 65 ਕੀ ਕਹਿੰਦਾ ਹੈ? ਇੱਕ ਪਹਿਲਾ ਸੈਕਸ਼ਨ ਹੈ, ਜੇ ਤੁਸੀਂ ਕਿਸੇ ਰਿਕਾਰਡ ਨੂੰ ਚੋਰੀ ਕਰਦੇ ਹੋ ਆਨਲਾਈਨ, ਸਰਕਾਰੀ ਰਿਕਾਰਡ ਹੈ, ਉਹਨੂੰ ਟੈਂਪਰ ਕਰਦੇ ਹੋ, ਉਹ ਚ ਮੋਡੀਫਾਈ ਕਰਦੇ, ਜਿੱਦਾਂ ਆਪਾਂ ਦੇਖਦੇ ਨਾ ਕੋਈ ਕਿਸੇ ਦੇ ਰਿਜ਼ਲਟਸ ਨੂੰ, ਨਤੀਜਿਆਂ ਨੂੰ ਮੋਡੀਫਾਈ ਕਰਕੇ ਪਬਲਿਸ਼ ਕਰਨ ਦੀ ਕੋਸ਼ਿਸ਼ ਕਰਦਾ, ਠੀਕ ਹੈ। ਸੈਕਸ਼ਨ 66 ਕੀ ਕਹਿੰਦਾ? ਜਿਹੜੀ ਹੈਕਿੰਗ ਦੀ ਆਪਾਂ ਗੱਲ ਕੀਤੀ, ਮੈਂ ਤੁਹਾਡੀ ਆਇਡੈਂਟੀਟੀ ਚੋਰੀ ਕਰ ਰਿਹਾ, ਤੁਹਾਡੇ ਕੰਪਿਊਟਰ ਚ ਵੜ ਕੇ ਤੁਹਾਡੇ ਡਾਕੂਮੈਂਟਸ ਲੈ ਰਿਹਾ। ਇਹ ਦੋ ਤਰ੍ਹਾਂ ਦੇ ਹੁੰਦੇ, ਇੱਕ ਐਥੀਕਲ, ਇੱਕ ਅਨਐਥੀਕਲ। ਐਥੀਕਲ ਹੈ ਕਿ ਤੁਸੀਂ ਮੈਨੂੰ ਆਪ ਹੀ ਬੁਲਾਇਆ, ਦੇਖੀ ਯਾਰ ਇਸ ਤਰ੍ਹਾਂ ਹੋ ਸਕਦਾ। ਅਨਐਥੀਕਲ ਮੈਂ ਤੁਹਾਡੀ ਬਿਨਾਂ ਪਰਮਿਸ਼ਨ ਤੋਂ ਆਪਣੇ ਵੀ ਛੇੜਛਾੜ ਕੀਤੀ। ਹੁਣ ਸੈਕਸ਼ਨ 66B ਬੜਾ ਇੰਪੋਰਟੈਂਟ ਹੈ। ਲੋਕੀ ਚੋਰੀ ਦਾ ਮੋਬਾਈਲ ਜਾਂ ਚੋਰੀ ਦਾ ਕੰਪਿਊਟਰ ਖਰੀਦ ਲੈਂਦੇ। ਇਹ ਇੰਪੋਰਟੈਂਟਲੀ ਕਹਿੰਦਾ ਜਦੋਂ ਵੀ ਤੁਸੀਂ ਕੋਈ ਚੋਰੀ ਦਾ ਚੀਜ਼ ਇਸਤੇਮਾਲ ਕਰਦੇ ਹੋ, ਤੁਹਾਡੇ ਤੇ IT ਐਕਟ ਇੰਪਲੀਮੈਂਟ ਹੋ ਸਕਦਾ। ਬਾਕੀ ਮੁਕੱਦਮੇ ਫੌਜਦਾਰੀ ਵਾਲੇ ਬਾਅਦ ਚੋਂ ਜਿਹੜੇ ਥੈਫਟ ਦੇ IPC ਚ ਲੱਗਦੇ, ਇਹ ਵੀ ਨਾਲ ਲੱਗ ਸਕਦਾ। ਹੁਣ ਸੈਕਸ਼ਨ 66C ਕੀ ਕਹਿੰਦਾ? ਇਹਦੇ ਨਾਲ ਹੀ ਹੈ, ਮੈਂ ਤੁਹਾਡਾ ਡਿਜੀਟਲ ਸਿਗਨੇਚਰ ਚੋਰੀ ਕਰ ਲਿਆ ਕਿ ਮੈਡਮ ਨਵਜੋਤ ਕੌਰ ਕਿਸੇ ਆਥੋਰਾਈਜ਼ਡ ਨੇ, ਉਹਦੇ ਤੇ ਟੇਪ ਕੇ ਅੱਗੇ ਭੇਜ ਦਿੱਤਾ, 66C ਚ ਪਰਚਾ ਦਰਜ ਹੋ ਸਕਦਾ। 66D ਕੀ ਕਹਿੰਦਾ? ਕਿ ਮੈਂ ਕੋਈ ਵੀ ਕੰਪਿਊਟਰ ਦੇ ਰਾਹੀਂ, ਕੋਈ ਜਾਂ ਮੋਬਾਈਲ ਦੇ ਰਾਹੀਂ ਤੁਹਾਡੇ ਨਾਲ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਮੈਂ WhatsApp ਰਾਹੀਂ ਗਲਤ ਜਾਣਕਾਰੀ ਪਾ ਰਿਹਾ ਜਾਂ ਤੁਹਾਡੀ ਕੋਈ ਸਟੀਲ ਇਨਫੋਰਮੇਸ਼ਨ ਕਰ ਰਿਹਾ। ਇੰਪੋਰਟੈਂਟਲੀ 66E ਜਿਹੜਾ ਹੈਗਾ ਤੁਹਾਡੀ ਇੱਕ ਪਰਸਨਲ ਇਮੇजेस ਹੈ, ਚਾਹੇ ਉਹ ਓਬਸੀਨ ਹੈ, ਚਾਹੇ ਉਹ ਨਾਟ ਓਬਸੀਨ ਹੈ, ਪਰਸਨਲ ਹੈ, ਉਹਨੂੰ ਮੈਂ ਤੁਹਾਡੀ ਜਾਣਕਾਰੀ ਤੋਂ ਬਿਨਾ ਫੇਸਬੁੱਕ ਤੇ ਪਬਲਿਸ਼ ਕਰ ਰਿਹਾ, ਦੈਟ ਇਜ਼ ਆਲਸੋ ਅ ਕ੍ਰਾਈਮ। ਇਸ ਤਰ੍ਹਾਂ ਹੀ ਚਾਈਲਡ ਪੋਰਨੋਗ੍ਰਾਫੀ ਹੈ, ਬੱਚਿਆਂ ਦੀ 18 ਸਾਲ ਤੋਂ ਘੱਟ ਬੱਚਿਆਂ ਦੀ ਉਮਰ ਹੈ, ਸੈਕਸ਼ਨ 67A ਦੇ ਸਬ ਕਲੌਜ਼ਸ A B ਉਹਨੂੰ ਟ੍ਰੀਟ ਕਰਦੇ ਨੇ। ਕਿਸੇ ਵੀ 18 ਸਾਲ ਤੋਂ ਘੱਟ ਦੇ ਬੱਚੇ ਦੀ ਇਦਾਂ ਦੀ ਫੋਟੋ ਖਿੱਚਣੀ ਵੀ ਅਪਰਾਧ ਹੈ, ਉਹਨੂੰ ਅੱਗੋਂ ਟ੍ਰਾਂਸਮਿਟ ਕਰਨਾ ਉਹ ਵੀ ਅਪਰਾਧ ਹੈ। ਹੁਣ ਇਸ ਤਰ੍ਹਾਂ ਰਿਊਮਰਸ ਫੈਲਾਣੀਆਂ, ਸੈਕਸ਼ਨ 66F ਜਿਹੜੀ ਰਿਊਮਰਸ ਫੈਲਾਉਂਦਾ ਜਿਹਦੇ ਨਾਲ ਇੰਡੀਆ ਦੀ ਸੋਵਰਨਿਟੀ ਨੂੰ ਖਤਰਾ ਹੋ ਸਕਦਾ, ਕੋਈ ਦੰਗੇ ਫੈਲ ਸਕਦੇ ਜਾਂ ਕੋਈ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਹੋ ਸਕਦੀ ਹੈ, ਦੈਟ ਇਜ਼ ਆਲਸੋ ਫਾਲਸ ਅੰਡਰ ਦੀ ਸਾਈਬਰ ਕ੍ਰਾਈਮ। ਔਰ ਇਹਦੇ ਲਈ ਜੁਰਮਾਨੇ ਤੋਂ ਲੈ ਕੇ 10 ਸਾਲ ਤੱਕ ਦੀਆਂ ਟਰਮ ਪਨਿਸ਼ਮੈਂਟਸ ਤੱਕ ਦੇ ਪ੍ਰਾਵਧਾਨ ਨੇ, ਔਰ ਇਹਦੇ ਲਈ ਸਾਈਬਰ ਐਪਲੇਟ ਟ੍ਰਿਬਿਊਨਲ ਵੀ ਬਣੇ ਨੇ, ਔਰ ਪੰਜਾਬ ਪੁਲਿਸ ਦੇ ਅਦਾਰੇ ਵੀ ਬਣੇ ਨੇ ਜਿੱਥੇ ਤੁਸੀਂ ਕੰਪਲੇਂਟ ਕਰ ਸਕਦੇ ਹੋ, ਔਰ ਜਿਹੜੀ ਸਾਡੇ ਕੋਰਟਸ ਵੀ ਨੇ, ਔਰ ਸਾਈਬਰ ਸਪੈਸ਼ਲਿਸਟ ਜਿਹੜੇ ਜੱਜਸ ਨੇ ਉਹ ਵੀ ਇਹਨੂੰ ਬੇਸਿਕਲੀ ਟਰਾਈ ਕਰਦੇ ਨੇ। ਸੋ ਡੀਡੀ ਪੰਜਾਬੀ ਦੇ ਸਮੰਚ ਤੋਂ ਅਸੀਂ ਕੋਸ਼ਿਸ਼ ਕਰ ਰਹੇ ਜਿਸ ਤਰ੍ਹਾਂ ਕਿ ਜਿਹੜਾ ਇਹਦਾ ਵਿਸ਼ਾ ਹੈ ਸਾਈਬਰ ਅਪਰਾਧ ਦੇ ਵਿੱਚ ਵਾਧਾ ਚਿੰਤਾ ਦਾ ਵਿਸ਼ਾ, ਉਹਨੂੰ ਬਹੁਤ ਬਰੀਕੀ ਦੇ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਗੱਲਬਾਤ ਰੱਖਣ ਦੀ, ਕਿਉਂਕਿ ਲਗਾਤਾਰ ਵਾਧਾ ਸਾਈਬਰ ਕ੍ਰਾਈਮ ਦੇ ਵਿੱਚ ਜਿਹੜਾ ਹੋ ਰਿਹਾ। ਵਿਕਰਾਂਤ ਰਾਣਾ ਜੀ ਮੇਰੇ ਨਾਲ ਲਾਈਵ ਜੁੜੇ ਨੇ, ਮਨੂਪਾਲ ਜੀ ਮੇਰੇ ਨਾਲ ਲਾਈਵ ਜੁੜੇ ਹੋਏ ਨੇ। ਮਨੂਪਾਲ ਜੀ, ਜਦੋਂ ਗੱਲ ਕਰਦੇ ਆ ਅਖਬਾਰਾਂ ਦੇ ਥਰੂ ਜਾਗਰੂਕਤਾ ਫੈਲਾਉਣ ਦੀ, ਵਿਕਰਾਂਤ ਜੀ ਕਿਸ ਤਰ੍ਹਾਂ ਰੋਲ ਅਦਾ ਕਰਨਗੇ ਉਸ ਤੇ ਵੀ ਅਸੀਂ 1 ਬਾਏ 1 ਆਵਾਂਗੇ। ਇੱਕ ਪਿੱਛੇ ਜੇ ਖਬਰ ਆਉਂਦੀ ਜਿਹੜੀ ਲਗਾਤਾਰ ਇੱਕ ਫਲੋਟ ਕਰਦੀ ਹੈ, ਉਹ ਖਬਰ ਆ ਬਿਜਲੀ ਦੇ ਬਿੱਲ ਨੂੰ ਲੈ ਕੇ। ਬਿਜਲੀ ਵਿਭਾਗ ਇਹਦੇ ਬਾਰੇ ਲਗਾਤਾਰ ਮੈਸੇਜ ਕਰਦਾ, ਚੌਕਸ ਕਰਦਾ ਕਿ ਅਸੀਂ ਕਿਸੇ ਵੀ ਆਪਣੇ ਜਿਹੜਾ ਉਪਭੋਗਤਾ ਆ ਸਾਡਾ, ਉਹਨੂੰ ਅਸੀਂ ਕੁਝ ਵੀ ਇਦਾਂ ਦਾ ਮੈਸੇਜ ਨਹੀਂ ਦਿੰਦੇ ਕਿ ਤੁਹਾਡਾ ਬਿਜਲੀ ਦਾ ਕਨੈਕਸ਼ਨ ਕੱਟਿਆ ਜਾ ਸਕਦਾ, ਤੁਸੀਂ ਇਸ ਨੰਬਰ ਤੇ ਸਾਨੂੰ ਮੈਸੇਜ ਕਰੋ। ਉਹਦੇ ਬਾਵਜੂਦ ਅਖਬਾਰਾਂ 'ਚ ਵੀ ਛਪਦਾ, ਤੁਸੀਂ ਲੋਕ ਬਹੁਤ ਜਾਗਰੂਕਤਾ ਫੈਲਾ ਰਹੇ ਹੋ, ਉਹਦੇ ਬਾਵਜੂਦ ਲੋਕ ਕਿਉਂ ਧੜਾ ਧੜ ਉੱਥੇ ਪੇਮੈਂਟਸ ਪਾ ਰਹੇ ਨੇ? ਦੇਖੋ, ਇਹਦੇ ਵਿੱਚ ਤਾਂ ਗੱਲ ਇਹ ਹੈਗੀ ਹੈ ਕਿ ਅੱਜ ਕਿਸੇ ਵੀ ਤੁਸੀਂ ਅਗਰ ਕਿਸੇ ਚੀਜ਼ ਦੀ ਕਿਸੇ ਪਲੇਟਫਾਰਮ ਦੀ ਵਰਤੋਂ ਕਰਦੇ ਹੈਗੇ ਤਾਂ ਉਹਦੇ ਬਾਰੇ ਜਾਣੂ ਹੋਣਾ ਤੁਹਾਨੂੰ ਬਹੁਤ ਜ਼ਰੂਰੀ ਹੈ। ਕਿ ਪਹਿਲੀ ਤਾਂ ਗੱਲ ਦੇਖੋ, ਇਹ ਇੱਕ ਸਿੰਪਲ IQ ਹੈ ਕਿ ਸਾਨੂੰ ਜਿਹੜੀ ਬਿਜਲੀ ਦੀ ਸਪਲਾਈ ਆਨਲਾਈਨ ਨਹੀਂ ਹੋ ਰਹੀ, ਉਹ ਤਾਰ ਦੀ ਰਾਹੀਂ ਹੋ ਰਹੀ ਹੈ, ਤੇ ਉਹ ਡਿਸਕਨੈਕਟ ਆਨਲਾਈਨ ਕਿਵੇਂ ਹੋ ਸਕਦੀ ਹੈ? ਬਿਲਕੁਲ ਸਹੀ, ਇਹ ਗੱਲ ਸੋਚਣ ਦੀ ਹੈ। ਜਾਂ ਤਾਂ ਸਾਨੂੰ ਆਨਲਾਈਨ ਸਪਲਾਈ ਆ ਰਹੀ ਹੋਵੇ ਜਾਂ ਸਾਨੂੰ ਕਾਰਡ ਦੇ ਨਾਲ ਸਪਲਾਈ ਹੋਵੇ ਕਿ ਜੀ ਕੰਪਨੀ ਜਿਹੜੀ ਆ ਉਹ ਆਪਣੇ ਆਫਿਸ 'ਚ ਆਪਣੇ ਅਦਾਰੇ 'ਚ ਹੀ ਬੈਠ ਕੇ ਉੱਥੋਂ ਡਿਸਕਨੈਕਟ ਕਰ ਦੇਗੀ ਤੇ ਉਹ ਹੋ ਜਾਏਗਾ। ਜਦੋਂ ਤੁਸੀਂ ਬਿੱਲ ਮੈਨੂਅਲ ਤਰੀਕੇ ਨਾਲ ਜਮ੍ਹਾਂ ਕਰਾਉਂਦੇ ਹੋ, ਲਾਈਟ ਜਿਹੜੀ ਤੁਹਾਨੂੰ ਉਹ ਕਿਸੇ ਵਾਇਰ ਦੇ ਥਰੂ, ਕਿਸੇ ਤਾਰ ਦੇ ਥਰੂ ਆ ਰਹੀ ਹੈ,
ਤੇ ਕੋਈ ਇਹੋ ਜਿਹੇ ਮੈਸੇਜ ਤੇ ਤੁਸੀਂ ਪੈਨਿਕੀ ਹੋ ਜਾਂਦੇ ਹੋ ਤਾਂ ਇਹਦੇ ਵਿੱਚ ਤਾਂ ਹੁਣ ਕਿਸੇ ਦਾ ਕੋਈ ਕਸੂਰ ਹੈ ਨਹੀਂ। ਉਹ ਤਾਂ ਇੱਕ ਜਾਲ ਵਿਛਾਇਆ ਉਹਨਾਂ ਨੇ। ਤੁਸੀਂ ਬਿੱਲ ਦੇਣ ਦੇ ਬਾਵਜੂਦ ਵੀ ਅਗਰ ਤੁਸੀਂ ਉਹਦੇ ਵਿੱਚ ਆ ਜਾਂਦੇ ਹੋ ਤਾਂ ਉਹ ਕਿਹਾ ਜਾਂਦਾ ਹੈ ਕਿ ਜੇ ਪਲੇਟਫਾਰਮ ਯੂਜ਼ ਕਰਨਾ ਤਾਂ ਉਹਦੇ ਬਾਰੇ ਜਾਣੂ ਹੋਣਾ ਵੀ ਬਹੁਤ ਜ਼ਰੂਰੀ ਹੈ। ਹੁਣ ਮੇਰੇ ਕੋਲ ਲਾਇਸੈਂਸ ਹੋਵੇ ਸਕੂਟਰ ਚਲਾਉਣ ਦਾ ਜੀ, ਤੇ ਮੈਂ ਉਹ ਟਰੱਕ ਚਲਾਉਣਾ ਸ਼ੁਰੂ ਕਰ ਦਿਆਂ ਤੇ ਉਹਦਾ ਐਕਸੀਡੈਂਟ ਹੋ ਜਾਵੇ ਤੇ ਉਹਦੇ ਲਈ ਕਸੂਰਵਾਰ ਤੇ ਫਿਰ ਮੈਂ ਖੁਦ ਹੀ ਹੋਇਆ ਨਾ ਜੀ। ਹੁਣ ਜਦ ਸਾਨੂੰ ਇਹ ਪਤਾ ਆ ਕਿ ਆਨਲਾਈਨ ਸਪਲਾਈ ਨਹੀਂ ਹੋ ਰਹੀ ਸਾਨੂੰ ਬਿਜਲੀ ਦੀ, ਤੇ ਉਹ ਡਿਸਕਨੈਕਟ ਵੀ ਆਨਲਾਈਨ ਕਿਵੇਂ ਹੋਏਗੀ? ਬਿਲਕੁਲ ਸਹੀ, ਕਿਉਂਕਿ ਕਈ ਚੀਜ਼ਾਂ ਲਗਾਤਾਰ ਸਾਈਬਰ ਕ੍ਰਾਈਮ ਦਾ ਹਿੱਸਾ ਬਣਦੀਆਂ ਜਾ ਰਹੀਆਂ ਨੇ। ਵਿਕਰਾਂ ਜੀ, ਮੈਂ ਇੱਕ ਹੋਰ ਬਹੁਤ ਜਿਹੜਾ ਨੌਜਵਾਨੀ ਦੇ ਨਾਲ ਖਾਸ ਕਰਕੇ ਜੁੜੀ ਗੱਲ ਹੈ ਜੀ। ਕੈਫੇ ਦਾ ਅੱਜਕੱਲ ਇਸਤੇਮਾਲ ਬਹੁਤ ਨਾਰਮਲ ਹੋ ਗਿਆ। ਅਸੀਂ ਜਾਂਦੇ ਆ ਫਰੈਂਡਸ ਨਾਲ ਘੰਟਿਆਂ ਬੱਧੀ ਬੈਠਦੇ ਆ, ਇੱਕ ਹੋਟਲਸ ਦੇ ਵਿੱਚ ਆਉਣਾ ਜਾਣਾ, ਜਾਂਦੇ ਆ ਅਸੀਂ ਉੱਥੇ ਵਾਈਫਾਈ ਦਾ ਪਾਸਵਰਡ ਪਹਿਲਾਂ ਮੰਗਦੇ ਆ। ਸਾਨੂੰ ਲੱਗਦਾ ਕਿ ਮੈਂ ਆਪਣਾ ਕਿਉਂ ਖਰਚ ਕਰਾਂ। ਵਾਈਫਾਈ ਦਾ ਪਾਸਵਰਡ ਮੰਗਣਾ ਚਾਹੀਦਾ ਜਾਂ ਨਹੀਂ ਚਾਹੀਦਾ, ਤੇ ਉਹਦੇ ਨਾਲ ਕੀ ਰਿਸਕ ਜਿਹੜੇ ਉਹ ਜੁੜੇ ਹੋਏ ਆ? ਦੇਖੋ, ਮੈਂ ਇਹਦੇ ਬਾਰੇ ਇੱਕ ਜਨਰਲ ਓਪੀਨੀਅਨ ਦਵਾਂਗਾ ਜੀ ਕਿ ਜੇ ਬਿਨਾ ਹੈਲਮਟ ਤੋਂ ਤੁਸੀਂ ਸਕੂਟਰ ਚਲਾਉਂਦੇ ਹੋ ਤੇ ਹੋ ਸਕਦਾ ਤੁਹਾਡੇ ਸੱਟ ਨਾ ਵੀ ਲੱਗੇ, ਹੋ ਸਕਦਾ ਜੇ ਲੱਗ ਵੀ ਜਾਵੇ ਤੇ ਹੈਲਮਟ ਪਾਏ ਤੇ ਸੇਫ ਹੋ ਜਾਓਗੇ ਜੀ। ਇਹਦੇ ਨੂੰ ਮੈਂ ਇਹਦੇ ਨਾਲ ਇਸ ਤਰ੍ਹਾਂ ਜੋੜਦਾ, ਅਗਰ ਤੁਸੀਂ ਕਿਸੇ ਵੀ ਕੈਫੇ ਜਾਂ ਕਿਸੇ ਹੋਟਲ 'ਚ ਜਾਂਦੇ ਹੋ, ਚਾਹੇ ਉਹ 5 ਸਟਾਰ ਪ੍ਰਾਪਰਟੀ ਵੀ ਹੈ, ਅਗਰ ਤੁਸੀਂ ਦੂਸਰੇ ਦੇ ਨੈਟਵਰਕ ਤੇ ਆਉਂਦੇ ਹੋ, ਠੀਕ ਹੈ, ਅਸੀਂ ਇੰਨੀ ਗੱਲ ਕੀਤੀ, ਈਮੇਲ ਸਪੂਫਿੰਗ ਦੀ ਗੱਲ ਕੀਤੀ, ਹੈਕਿੰਗ ਦੀ ਕੀਤੀ, ਫਿਸ਼ਿੰਗ ਦੀ ਕੀਤੀ, ਉਹ ਕਿੱਦਾਂ ਕਰਨਗੇ ਤੁਹਾਡੇ ਨਾਲ ਅਟੈਕ ਜਦੋਂ ਤੁਸੀਂ ਦੂਸਰੇ ਦੇ ਨੈਟਵਰਕ ਤੇ ਗਏ। ਹੁਣ ਉਹਦੀ ਸੈਂਸਿਬਿਲਿਟੀ ਆ, ਅਗਰ ਤੁਹਾਡੀ ਜਾਣਕਾਰੀ ਨਾਲ ਕੁਝ ਕਰੇ ਜਾਂ ਨਾ ਕਰੇ, ਜਾਂ ਜਿਹੜਾ ਯੂਜ਼ਰ ਉਹਨੂੰ ਯੂਜ਼ ਕਰ ਰਿਹਾ ਵਾ ਉਹ ਕਿੰਨਾ ਕੁ ਕ੍ਰੈਡੀਬਲ ਹੈ। ਕਈ ਵਾਰੀ ਕਿਸੇ ਦਾ ਡਾਟਾ ਹੀ ਨਹੀਂ ਇੰਨਾ ਇੰਪੋਰਟੈਂਟ ਹੁੰਦਾ, ਅਗਲਾ ਕਹਿੰਦਾ ਲਿਆ ਵੀ ਡਾਟਾ ਮੈਂ ਯੂਜ਼ ਕਰਨਾ, ਬਟ ਐਕਚੁਅਲੀ ਜਿਹੜੀ ਆਈਟੀ ਦੀਆਂ ਗਾਈਡਲਾਈਨਸ ਹੈ, ਸਿਕਿਉਰਿਟੀ ਦੀਆਂ ਗਾਈਡਲਾਈਨਸ ਹੈ, ਉਹਦੇ ਅਕੋਰਡਿੰਗ ਇਹੀ ਕਿਹਾ ਗਿਆ ਤੁਸੀਂ ਆਪਣੇ 4G ਨੈਟਵਰਕ ਤੇ ਰਹੋ, ਪਰਸਨਲ ਕਿਸੇ ਦਾ ਵੀ ਵਾਈਫਾਈ ਯੂਜ਼ ਨਾ ਕਰੋ, ਸਪੈਸ਼ਲੀ ਪਬਲਿਕ ਵਾਈਫਾਈਜ਼ ਯੂਜ਼ ਨਾ ਕਰੋ, ਆਪਣੇ ਵਾਈਫਾਈਜ਼ ਨੂੰ ਡਿਸੇਬਲ ਰੱਖੋ। ਅਗਰ ਤੁਸੀਂ ਸੇਫ ਰਹਿਣਾ, ਤੁਹਾਡੇ ਨਾਲ 90% ਮੈਂ ਕਹੂੰਗਾ ਅਪਰਾਧ ਨਹੀਂ ਹੋਏਗਾ, ਠੀਕ ਹੈ, ਬਟ देयर आर ਪੋਸੀਬਿਲਿਟੀਜ਼। ਉੱਥੇ ਪੋਸੀਬਿਲਿਟੀ ਹੈ ਤੁਸੀਂ ਦੂਸਰੇ ਦੇ ਨੈਟਵਰਕ ਤੇ ਜਾਓਗੇ, ਯੂ ਆਰ ਪ੍ਰੋਨ ਟੂ ਇਨਫੈਕਸ਼ਨ, ਤੁਹਾਡੇ ਨਾਲ ਥੈਫਟ ਹੋ ਸਕਦਾ ਜਾਂ ਤੁਹਾਡਾ ਨੈਟਵਰਕ ਬ੍ਰੀਚ ਹੋ ਸਕਦਾ ਜੀ। ਮਨੂਪਾਲ ਜੀ, ਜਦੋਂ ਆਪਾਂ ਹੁਣ ਗੱਲ ਕਰਦੇ ਹਾਂ ਮੀਡੀਆ ਦੀ, ਮੀਡੀਆ ਬਹੁਤ ਹਾਵੀ ਪ੍ਰਭਾਵੀ ਹੋ ਗਿਆ, ਸਟਰੋਂਗ ਹੋ ਗਿਆ, ਤਾਕਤਵਰ ਹੋ ਗਿਆ, ਅਪਰੋਚ ਬਹੁਤ ਅੱਗੇ ਤੱਕ ਚਲੇਗੀ। ਉਹਦੇ ਬਾਵਜੂਦ ਜਦੋਂ ਅਸੀਂ ਗੱਲ ਕਰਦੇ ਹਾਂ, ਕਈ ਵਾਰੀ ਅਖਬਾਰਾਂ ਦੇ ਵਿੱਚ ਖਬਰਾਂ ਇਦਾਂ ਦੀਆਂ ਆ ਜਾਂਦੀਆਂ ਕਿ ਬੰਦਾ ਕਹਿੰਦਾ ਵੀ ਮੈਂ ਵੀ ਹੈਲਪਲੈਸ ਹੋ ਗਿਆ। ਇੱਥੇ ਛੋਟੀ ਜਿਹੀ ਇੱਕ ਬੈਂਕ ਦੇ ਵਿੱਚ ਟ੍ਰਾਂਸਫਰ ਅਕਾਊਂਟ ਨੂੰ ਪੈਸਾ ਟ੍ਰਾਂਸਫਰ ਕਰਨ ਨੂੰ ਲੈ ਕੇ ਫਰਾਡ ਹੋ ਗਿਆ, ਤੇ ਬੰਦੇ ਪਹਿਲਾਂ ਲੋਕਾਂ ਕੋਲ ਸੋਰਸ ਹੁੰਦਾ ਸੀ ਕਿ ਪਹਿਲਾਂ ਉਹਨਾਂ ਨੂੰ ਅਖਬਾਰਾਂ ਦਿਖਦੀਆਂ ਸੀ ਕਿ ਮੇਰੀ ਖਬਰ ਛਾਪੋ ਫਟਾਫਟ, ਮੈਂ ਤਾਂ ਕਿ ਜਾ ਕੇ ਜਿਹੜਾ ਕ੍ਰਾਈਮ ਸੈੱਲ ਆ ਉਹਨਾਂ ਨੂੰ ਦੱਸਾਂ, ਇਨਫੋਰਮੇਸ਼ਨ ਦੇਵਾਂ ਤਰੀਕੇ ਨਾਲ ਕਿ ਉਹਨਾਂ ਨੂੰ ਡਰਾਵਾਂ ਜਾਂ ਅਲਰਟ ਕਰਾਂ। ਇਦਾਂ ਦੀਆਂ ਕਿੰਨੀਆਂ ਕੁ ਖਬਰਾਂ ਤੁਹਾਡੇ ਅਖਬਾਰਾਂ ਦਾ ਹਿੱਸਾ ਬਣਦੀਆਂ ਨੇ, ਜਾਂ ਆਪਾਂ ਨੂੰ ਲੱਗਦਾ ਕਿ ਉਹਦਾ ਸਮੇਂ ਸਿਰ ਫਿਰ ਹੱਲ ਵੀ ਸਾਡੇ ਕੋਲ ਨਿਕਲ ਆਉਂਦਾ? ਦੇਖੋ, ਗੱਲ ਇਹ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ 5G ਨੈਟਵਰਕ ਦੀ, ਤਾਂ ਬਹੁਤ ਫਾਸਟ ਹੈ। ਹੁਣ ਕਿਸੇ ਨਾਲ ਕ੍ਰਾਈਮ ਹੋ ਰਿਹਾ, ਆਨਲਾਈਨ ਕ੍ਰਾਈਮ ਹੋ ਰਿਹਾ ਜਿਹਨੂੰ ਅਸੀਂ ਕਹਿੰਦੇ ਆ, ਜਾਂ ਸਾਈਬਰ ਕ੍ਰਾਈਮ ਹੋ ਰਿਹਾ ਹੈਗਾ, ਅਖਬਾਰ ਤਾਂ ਛਪਣੀ ਹੈਗੀ ਹੈ ਜੀ ਕੱਲ, ਉਹ ਤਾਂ ਕੱਲ ਸਵੇਰੇ ਹੀ ਆ ਸਕਦੀ ਹੈਗੀ, ਲੇਕਿਨ ਤੁਹਾਡੇ ਕੋਲ ਸਮਾਂ ਬਹੁਤ ਘੱਟ ਹੈ, ਕਿਉਂਕਿ ਜਿਹੜੇ ਹੈਕਰਸ ਬੈਠੇ ਹੋਏ ਨੇ ਉਹ ਤਾਂ ਮਿੰਟ ਦੇ ਵਿੱਚ ਲੱਖ ਰੁਪਈਆ ਤੁਹਾਡਾ ਕਢਾ ਰਹੇ, ਬੈਂਕ ਦੇ ਵਿੱਚੋਂ 2 ਲੱਖ ਕਢਾ ਰਹੇ, 5 ਲੱਖ ਕਢਾ ਰਹੇ। ਨੋ ਡਾਊਟ ਸਾਡੇ ਕੋਲ ਖਬਰਾਂ ਆਉਂਦੀਆਂ ਨੇ, ਲੇਕਿਨ ਜਿਹੜਾ ਉਹਦਾ ਇਮੀਡੀਏਟ ਹੱਲ ਹੈ ਉਹ ਤਾਂ ਮੈਨੂੰ ਇਹੀ ਨਜ਼ਰ ਆਉਂਦਾ ਕਿ ਜਿਹੜੀ ਐਪਰੋਪ੍ਰੀਏਟ ਅਥਾਰਟੀ ਹੈਗੀ ਹੈ, ਤੁਸੀਂ ਉਹਨੂੰ ਪਹਿਲਾਂ ਰਿਪੋਰਟ ਕਰੋ ਜੀ। ਮੀਡੀਆ ਦੇ ਵਿੱਚ ਗੱਲ ਆਉਣਾ ਹੀ ਬਹੁਤ ਜ਼ਰੂਰੀ ਹੈ, ਕਿਉਂਕਿ ਜਾਗਰੂਕਤਾ ਉਹਦੇ ਨਾਲ ਹੀ ਫੈਲਦੀ ਹੈ ਕਿ ਇਸ ਬੰਦੇ ਨਾਲ ਫਲਾਂ ਬੰਦੇ ਨਾਲ ਫਲਾਂ ਸਾਈਬਰ ਕ੍ਰਾਈਮ ਹੋ ਗਿਆ, ਇਸ ਤਰੀਕੇ ਦੇ ਨਾਲ ਹੋਇਆ, ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਕਿ ਭਾਈ ਤੁਸੀਂ ਉਹਦਾ ਸ਼ਿਕਾਰ ਨਾ ਬਣਿਓ। ਲੇਕਿਨ ਜਿੱਥੋਂ ਤੱਕ ਗੱਲ ਹੈ ਕਿ ਸਿਰਫ ਪਹਿਲਾਂ ਤੁਸੀਂ ਅਖਬਾਰ ਨੂੰ ਇਨਫੋਰਮ ਕਰ ਦਿਓ ਤੇ ਜਿਹੜਾ ਐਪਰੋਪ੍ਰੀਏਟ ਅਥਾਰਟੀ ਹੈ ਜਾਂ ਐਪਲੈਂਟ ਅਥਾਰਟੀ ਹੈ ਤੁਸੀਂ ਉਹਦੇ ਕੋਲ ਨਾ ਜਾਓ, ਤਾਂ ਇਹਦੇ ਵਿੱਚ ਤੁਹਾਡਾ ਨੁਕਸਾਨ ਜ਼ਿਆਦਾ ਹੋਣ ਦੀ ਸੰਭਾਵਨਾ ਲਗਾਤਾਰ ਬਣੀ ਰਹਿੰਦੀ ਹੈ। ਅਗਰ ਕੋਈ ਤੁਹਾਡਾ ਕਾਰਡ ਹੈਕ ਹੋ ਗਿਆ ਤਾਂ ਇਮੀਡੀਏਟਲੀ ਬੈਂਕ ਨੂੰ ਇਨਫੋਰਮ ਕਰੋ ਕਿ ਜੀ ਮੇਰਾ ਕਿਸੇ ਨੇ ਕਾਰਡ ਜਿਹੜਾ ਉਹ ਹੈਕ ਕਰ ਲਿਆ, ਇਹਨੂੰ ਕਾਰਡ ਨੂੰ ਬੰਦ ਕੀਤਾ ਜਾਏ, ਜਾਂ ਇਹ ਵਿਦਨ ਮਿੰਟਸ ਜਾਂ ਵਿਦਨ ਆਵਰਸ ਹੋ ਜਾਣਾ ਚਾਹੀਦਾ ਜੀ। ਸੋ ਮੀਡੀਆ ਇਜ਼ ਦੇਅਰ, ਮੀਡੀਆ ਤਾਂ ਲੋਕਾਂ ਦੀ ਹੈਲਪ ਕਰਨ ਦੇ ਲਈ ਹੈ, ਜਾਗਰੂਕ ਕਰਨ ਦੇ ਲਈ ਹੈ, ਲੇਕਿਨ ਮੈਂ ਸਮਝਦਾ ਹਾਂ ਕਿ ਜਿੰਨਾ ਫਾਸਟ ਨੈਟਵਰਕ ਚੱਲਿਆ ਹੋਇਆ ਜਾਂ ਜਿੰਨੇ ਫਾਸਟ ਸਾਈਬਰ ਕ੍ਰਿਮੀਨਲਸ ਹੈਗੇ ਨੇ, ਇਹਦੇ ਵਿੱਚ ਤੁਹਾਡੇ ਕੋਲ ਜ਼ਿਆਦਾ ਟਾਈਮ ਨਹੀਂ ਹੈ, ਸੋਚਣ ਸਮਝਣ ਦਾ ਵੀ ਟਾਈਮ ਨਹੀਂ ਹੈ। ਹਾਂ, ਜੇ ਤੁਸੀਂ ਆਪ ਦਾ ਨੁਕਸਾਨ ਘੱਟ ਤੋਂ ਘੱਟ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਮੀਡੀਏਟਲੀ ਅਪਰੋਚ ਜਿਹੜਾ ਕਰਨਾ ਚਾਹੀਦਾ। ਵਿਕਰਮ ਜੀ, ਅਪਰੋਚ ਦੀ ਗੱਲ ਚੱਲਦੀ ਹੈ, ਜਦੋਂ ਵੀ ਕੋਈ ਕ੍ਰਾਈਮ ਹੁੰਦਾ ਅਸੀਂ ਠੀਕ ਹੈ ਜੀ ਆਪਣੀ ਜ਼ਿੰਮੇਵਾਰੀ ਪੂਰੀ ਕਰ ਦਿੱਤੀ, ਪ੍ਰੈਸ ਨੂੰ ਇਨਫੋਰਮ ਕਰਤਾ, ਸਾਡੀ ਖਬਰ ਲੱਗ ਗਈ ਜੀ। ਰਾਈਟ ਵੇ, ਸਹੀ ਦਿਸ਼ਾ, ਸਹੀ ਤਰੀਕਾ ਕੀ ਹੈ ਕਿ ਜਿੱਦਾਂ ਸਾਡੇ ਨਾਲ ਕੋਈ ਅਸੀਂ ਅਲਰਟ ਹੋ ਗਏ, ਸਾਨੂੰ ਪਤਾ ਲੱਗ ਗਿਆ ਕਿ ਸਾਡੇ ਨਾਲ ਸਾਈਬਰ ਕ੍ਰਾਈਮ ਹੋ ਗਿਆ, ਮੈਂ ਪਹਿਲੇ ਤਾਂ ਇਹ 'ਚ 2 ਚੀਜ਼ਾਂ ਦਰਸ਼ਕਾਂ ਨੂੰ ਤੁਹਾਡੇ ਚੈਨਲ ਰਾਹੀਂ ਦੱਸੂਗਾ ਕਿ ਸਭ ਤੋਂ ਪਹਿਲੇ ਦੇਖੋ, ਪ੍ਰੀਕਾਸ਼ਨ ਜਿਹੜੀ ਕਹਿੰਦੀ ਹੈ ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਉਰ, ਤੁਸੀਂ ਪਰਹੇਜ਼ ਕਰੋ। ਹੁਣ ਤੁਸੀਂ ਬੰਦਾ ਕਹਿੰਦਾ ਮੈਂ ਪਰਹੇਜ਼ ਕਿਸ ਤਰ੍ਹਾਂ ਕਰਾਂ, ਸਭ ਤੋਂ ਪਹਿਲੇ ਫਸਟ ਲਾਈਨ ਆਫ ਡਿਫੈਂਸ ਅਸੀਂ ਪਾਸਵਰਡ ਨੂੰ ਕੰਸੀਡਰ ਕਰਦੇ ਹਾਂ, ਤੁਹਾਡੇ ਮੋਬਾਈਲ ਦਾ, ਤੁਹਾਡੇ ਲੈਪਟਾਪ ਦਾ, ਕਿਸੇ ਵੀ ਚੀਜ਼ ਦਾ। ਜਦ ਤੱਕ ਉਹ ਪਾਸਵਰਡ ਤੁਹਾਡਾ ਠੀਕ ਹੈ, ਕਰੈਕਟ ਹੈ, ਤੁਹਾਡੇ ਤੇ ਅਟੈਕ ਨਹੀਂ ਹੋ ਸਕਦਾ, ਇਹ ਇਨਫੋਰਮੇਸ਼ਨ ਇਦਾਂ ਦੀ ਚੋਰੀ ਨਹੀਂ ਹੋ ਸਕਦੀ। ਹੁਣ ਪਾਸਵਰਡ ਕੀ ਹੋਣਾ ਚਾਹੀਦਾ? ਇਹ ਅਲਫਾ ਨੂਮੈਰਿਕ ਦਾ ਕੰਬੀਨੇਸ਼ਨ ਹੋਣਾ ਚਾਹੀਦਾ, ਇੱਕ ਅਪਰ ਕੇਸ ਲੈਟਰ, ਲੋਅਰ ਕੇਸ ਲੈਟਰ,
ਜਿਸ ਨੂੰ @ ਕਹਿ ਲਓ, ਹੈਸ਼ ਕਹਿ ਲਓ, ਤੇ 1 2 3 ਨਿਊਮੈਰਲਸ ਦਾ ਕੰਬੀਨੇਸ਼ਨ ਜੀ। ਇਹ 8 ਤੋਂ ਲੈ ਕੇ 11 ਡਿਜਿਟ ਹੋਣੀ ਚਾਹੀਦੀ। ਜਨਰਲੀ ਇੱਕ ਸਰਵੇ ਸਟੱਡੀ ਹੋਇਆ ਸੀ ਜਿਸ ਚ ਜਨਰਲੀ ਪਾਸਵਰਡਸ ਨਿਕਲ ਕੇ ਆਏ 1 2 3 4 5 6 ਜੈ ਮਾਤਾ ਦੀ, ਅਸੀਂ ਧਾਰਮਿਕ ਲੋਕ ਆ ਸਾਰੇ ਇਸ ਤਰ੍ਹਾਂ ਦੇ ਰੱਖ ਲੈਣੇ। ਹੈਕਰਸ ਨੂੰ ਸਟੱਡੀ ਕਹਿੰਦੀ ਹੈ 34 ਸੈਕਿੰਡ ਲੱਗਦੇ ਇਦਾਂ ਦੇ ਪਾਸਵਰਡਸ ਨੂੰ ਕ੍ਰੈਕ ਕਰਨ ਲਈ। ਅਗਰ ਤੁਹਾਡਾ 8 ਕੈਰੈਕਟਰ ਦਾ ਅਲਫਾ ਨੂਮੈਰਿਕ ਦਾ ਕੰਬੀਨੇਸ਼ਨ ਦਾ ਪਾਸਵਰਡ ਹੈਗਾ, ਹੈਕਰਸ ਕੈਨ ਟੇਕ 34 ਇਅਰਸ ਟੂ ਕ੍ਰੈਕ ਦੋਸ ਪਾਸਵਰਡ। 34 ਸਾਲ ਲੱਗ ਜਾਣਗੇ ਔਰ 34 ਸਾਲ ਕੋਈ ਨਹੀਂ ਬਿਤਾਉਂਦਾ। ਅਗਰ ਤੁਸੀਂ ਆਪਣਾ ਪਾਸਵਰਡ ਸੋਹਣਾ ਰੱਖ ਲਓ, ਮਤਲਬ ਸੋਹਣਾ ਇਨ ਦਾ ਸੈਂਸ ਕਿ ਸਟਰੋਂਗ ਰੱਖ ਲਓ ਆਈਟੀ ਰეკਮੈਂਡੇਸ਼ਨ ਤੇ, ਕਦੀ ਚੋਰੀ ਨਹੀਂ ਹੋਏਗੀ। ਇਹ ਉਹ ਕਿਹਾ ਗਿਆ ਕਿ ਤੁਸੀਂ ਘਰ ਬਹੁਤ ਸੋਹਣਾ ਬਣਾ ਲਿਆ, ਚਾਬੀ ਹੀ ਤੁਸੀਂ ਕਿਸੇ ਨੂੰ ਦੇ ਦਿਓ, ਤਾਲਾ ਹੀ ਨਕਲੀ ਲਾ ਲਿਆ ਤੇ ਚੋਰੀ ਹੋ ਜਾਏਗੀ। ਸਭ ਤੋਂ ਪਹਿਲੇ ਇਹ ਇਨ ਕੇਸ ਕਿਸੇ ਨਾਲ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ, ਸਭ ਤੋਂ ਪਹਿਲੇ 1930 ਨੰਬਰ 1930 ਇੱਕ ਹੈਲਪਲਾਈਨ ਨੰਬਰ ਬਣਿਆ, ਉਹ ਅਦਾਰਿਆਂ ਨੂੰ, ਐਗਜ਼ੀਕਿਊਸ਼ਨ ਏਜੰਸੀਜ਼ ਨੂੰ ਇਨਫਾਰਮ ਕਰੇ। ਮਨੂ ਜੀ ਨੇ ਬਹੁਤ ਸਹੀ ਗੱਲ ਕਹੀ, ਮੀਡੀਆ ਇੱਕ ਬ੍ਰਿਜ ਹੈ ਐਡਮਿਨਿਸਟ੍ਰੇਸ਼ਨ ਤੱਕ ਗੱਲ ਪਹੁੰਚਾਉਣ ਲਈ। ਕੀ ਹੋ ਗਿਆ, ਉਹਨਾਂ ਨੇ ਇੱਕ ਸੂ ਮੋਟੋ ਲੈ ਕੇ ਅਖਬਾਰ 'ਚ ਛਪ ਗਿਆ ਤੇ ਪਬਲਿਕ ਐਡਮਿਨਿਸਟ੍ਰੇਸ਼ਨ ਨੂੰ ਪਤਾ ਲੱਗ ਗਿਆ। ਲੇਕਿਨ ਕਿਤੇ ਨਾ ਕਿਤੇ ਆਪਣੀ ਐਡਮਿਨਿਸਟ੍ਰੇਸ਼ਨ ਹਲੇ ਮੈਨੂੰ ਲੱਗਦਾ ਕਿ ਵੀਕ ਹੈ, ਉਹ ਨਹੀਂ ਤਾਂ ਅਖਬਾਰ ਨੂੰ ਵੀ ਉਹ ਸੂ ਮੋਟੋ ਲੈ ਕੇ ਐਕਸ਼ਨ ਲੈ ਸਕਦੀ ਹੈ, ਲੇਕਿਨ ਸਾਨੂੰ ਜਾਣਾ ਪੈਂਦਾ। 1930 ਨੰਬਰ ਤੇ ਕੰਪਲੇਂਟ ਕਰੋ, ਇੱਕ cybercrime.punjabpolice.gov.in ਇੱਕ ਇਹਨਾਂ ਦੀ ਵੈਬਸਾਈਟ ਹੈ, ਉੱਥੇ ਜਾ ਕੇ ਵੀ ਤੁਸੀਂ ਆਪਣੀ ਆਨਲਾਈਨ ਸ਼ਿਕਾਇਤ ਦਰਜ ਕਰਾ ਸਕਦੇ ਹੋ। ਬਾਕੀ ਹਰ ਜ਼ਿਲ੍ਹੇ ਦੇ ਵਿੱਚ ਮੈਕਸਿਮਮ ਮੈਨੂੰ ਲੱਗਦਾ ਕਮਿਸ਼ਨਰੇਟ ਦੀ ਗੱਲ ਕਰਾਂ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਚ ਤਾਂ ਸਾਈਬਰ ਸੈੱਲ ਬਣੇ ਨੇ ਜੀ। ਅਗਰ ਕਿਤੇ ਨਹੀਂ ਵੀ ਬਣੇ ਤਾਂ ਤੁਸੀਂ ਲੋਕਲ ਪੁਲਿਸ ਸਟੇਸ਼ਨ ਜਾ ਕੇ ਆਪਣੀ ਐਪਲੀਕੇਸ਼ਨ ਦਿਓ, ਉਹ ਦੇਣੀ ਜ਼ਰੂਰੀ ਹੈ। ਉਸ ਤੋਂ ਬਾਅਦ ਅਗਰ ਉਹ ਐਗਜ਼ੀਕਿਊਸ਼ਨ ਨਹੀਂ ਹੁੰਦੀ ਤੇ ਅਸੀਂ ਮੇਨ ਸਾਡਾ ਜਿਹੜਾ ਨੋਡਲ ਆਫਿਸ ਮੋਹਾਲੀ ਵੀ ਬਣਿਆ ਸਾਈਬਰ ਕ੍ਰਾਈਮ ਦਾ, ਅਸੀਂ ਉਸ ਐਪਲੀਕੇਸ਼ਨ ਦੇ ਥਰੂ ਉੱਥੋਂ ਪਰਸਿਊ ਵੀ ਕਰ ਸਕਦੇ ਜੀ। ਮਨੂ ਜੀ, ਜਦੋਂ ਆਪਾਂ ਵਿੱਚ ਵਿਚਾਲੇ ਪਹਿਲੇ ਇੱਕ ਗੱਲ ਕੀਤੀ ਸੀਗੇ ਕਿ ਜਿਹੜੇ ਸਾਡੇ ਚੈਨਲਸ ਨੇ ਸਾਈਬਰ ਕ੍ਰਾਈਮ ਨੂੰ ਕਿਤੇ ਨਾ ਕਿਤੇ ਵਧਾਉਣ ਦੇ ਵਿੱਚ ਸਾਨੂੰ ਇਦਾਂ ਤਾਂ ਨਹੀਂ ਲੱਗਦਾ ਕੁਝ ਅਖੌਤੀ ਚੈਨਲ, ਪੋਰਟਲਸ ਜਿਹੜੀਆਂ ਆ ਗਈਆਂ, ਵੈਬ ਚੈਨਲਸ ਜਿਹੜੇ ਹੋ ਗਏ, ਉਹ ਸਾਈਬਰ ਕ੍ਰਾਈਮ ਨੂੰ ਵਧਾਉਣ ਦੇ ਵਿੱਚ ਕਿਤੇ ਉਹ ਵੀ ਕਿਤੇ ਬ੍ਰਿਜ ਦਾ ਕੰਮ ਤਾਂ ਨਹੀਂ ਕਰ ਰਹੇ? ਨਹੀਂ, ਦੇਖੋ ਜਿਹੜਾ ਮੀਡੀਆ ਚੈਨਲਸ ਦੀ ਅਸੀਂ ਗੱਲ ਕਰਦੇ ਹਾਂ, ਬਹੁਤਾ ਕੁਝ ਤਾਂ ਉਹ ਸਿਰਫ ਖਬਰਾਂ ਦੇ ਨਾਲ ਹੀ ਜੁੜੇ ਹੋਏ ਨੇ ਜੀ। ਫਰਕ ਉੱਥੇ ਡਿਜੀਟਲ ਕ੍ਰਾਈਮ ਜਿਵੇਂ ਬੈਂਕਿੰਗ ਦਾ ਹੈਗਾ, ਉਹ ਤਾਂ ਨਹੀਂ ਹੋ ਸਕਦਾ ਹੈਗਾ। ਹਾਂ, ਇਹ ਜ਼ਰੂਰ ਹੋ ਸਕਦਾ ਹੈਗਾ ਕਿ ਕੋਈ ਕਿਸੇ ਇੱਕ ਸਮੁਦਾਇ ਦੀ ਗੱਲ, ਕਿਸੇ ਸੰਪਰਦਾਇ ਦੀ ਗੱਲ ਕੁਝ ਅਜਿਹੇ ਤਰੀਕੇ ਦੇ ਨਾਲ ਅੱਗੇ ਲਿਆ ਕੇ ਰੱਖ ਦਿੱਤੀ ਜਾਵੇ ਜਿਹਦੇ ਨਾਲ ਹਾਰਮਨੀ ਖਰਾਬ ਹੁੰਦੀ ਹੋਵੇ, ਜਿਹਦੇ ਨਾਲ ਏਕਤਾ ਦੇ ਉੱਤੇ ਅਸਰ ਪੈਂਦਾ ਹੋਵੇ, ਮਾਹੌਲ ਖਰਾਬ ਹੁੰਦਾ ਹੋਵੇ, ਇਹ ਤਾਂ ਪੋਸੀਬਲ ਹੈ। ਲੇਕਿਨ ਜਿਹੜਾ ਅਸੀਂ ਇਕਨੋਮਿਕ ਆਫੈਂਸਿਸ ਜਿਹੜੀਆਂ ਹੋ ਰਹੀਆਂ ਨੇ ਥਰੂ ਡਿਜੀਟਲ ਪਲੇਟਫਾਰਮਸ ਦੇ ਥਰੂ ਆਨਲਾਈਨ ਜਿਹੜੀਆਂ ਹੋ ਰਹੀਆਂ, ਸ਼ਾਇਦ ਮੈਨੂੰ ਲੱਗਦਾ ਉਹਦੇ ਵਿੱਚ ਮੀਡੀਆ ਦੇ ਚੈਨਲਸ ਮੀਡੀਆ ਕਿੱਦਾਂ ਦਾ ਰੋਲ ਹੋਰ ਅਦਾ ਕਰ ਸਕਦਾ ਇਸ ਅਵੇਅਰਨੈਸ ਨੂੰ ਲੈ ਕੇ? ਦੇਖੋ, ਮੀਡੀਆ ਤਾਂ ਲਗਾਤਾਰ ਇਹੋ ਜਿਹੀਆਂ ਖਬਰਾਂ ਕਰ ਸਕਦਾ ਹੈਗਾ ਜੀ। ਖਬਰਾਂ ਪਬਲਿਸ਼ ਹੋ ਸਕਦੀਆਂ ਨੇ, ਚੈਨਲਸ ਦੇ ਉੱਤੇ ਚੱਲ ਸਕਦੀਆਂ ਨੇ ਕਿ ਔਰ ਚੱਲ ਵੀ ਰਹੀਆਂ ਨੇ। ਤੁਸੀਂ ਦੇਖੋ RBI ਤੋਂ ਲੈ ਕੇ ਜਿੰਨੇ ਬਾਕੀ ਫਾਈਨੈਂਸ਼ੀਅਲ ਅਦਾਰੇ ਹੈਗੇ ਨੇ, ਉਹ ਕਹਿੰਦੇ ਨੇ ਕਿ ਅਸੀਂ ਕੋਈ ਕਿਸੇ ਪਾਸਵਰਡ ਦੀ ਮੰਗ ਨਹੀਂ ਕਰਦੇ ਹੈਗੇ, ਅਸੀਂ ਕੋਈ ਨਾ ਦਿੱਤਾ ਜਾਏ, ਕਿ OTP ਕਿਸੇ ਦੇ ਨਾਲ ਸ਼ੇਅਰ ਨਾ ਕੀਤਾ ਜਾਏ। ਲੇਕਿਨ ਜਿਵੇਂ ਤੁਸੀਂ ਉਹ ਦਿੱਤਾ ਕਿ ਉਹ ਬਿਜਲੀ ਦਾ ਕਨੈਕਸ਼ਨ ਜਿਹੜਾ ਡਿਸਕਨੈਕਟ ਕਰ ਦਿਆਂਗੇ, ਇਹੋ ਜਿਹੀਆਂ ਜਿਹੜੀਆਂ ਗੱਲਾਂ ਆ ਰਹੀਆਂ ਨੇ, ਉਹਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਜਿਹੜਾ ਕੰਜ਼ਿਊਮਰ ਹੈਗਾ ਉਹਨੂੰ ਖੁਦ ਅਲਰਟ ਹੋਣ ਦੀ ਲੋੜ ਹੈ। ਮਨੂ ਜੀ ਦੀ ਗੱਲ ਤੋਂ ਅਗਰ ਮੈਨੂੰ ਇਜਾਜ਼ਤ ਹੈ ਤੁਹਾਡੀ ਕੰਟੀਨਿਊ ਕਰਾਂਗਾ, ਤਾਂ ਬੜਾ ਅੱਛਾ ਮਨੂ ਜੀ ਨੇ ਦੱਸਿਆ। ਇਹਨੂੰ ਨਾ ਅਸੀਂ ਇੱਕ ਸੋਸ਼ਲ ਇੰਜੀਨੀਅਰਿੰਗ ਦੀ ਅਟੈਕਸ ਦੀ ਫਾਰਮੇਸ਼ਨ ਚ ਲੈਂਦੇ ਹਾਂ। ਸੋਸ਼ਲ ਇੰਜੀਨੀਅਰਿੰਗ ਕੀ ਕਿਹਾ ਗਿਆ, ਇਹ ਐਸਾ ਅਟੈਕ ਹੈ, ਇੱਕ ਤਾਂ ਤੁਹਾਡਾ ਡਿਜੀਟਲ ਅਟੈਕ ਜਿਸ ਨੂੰ ਕਹਿੰਦੇ ਨਾ, ਤੁਹਾਡੇ ਡਾਟਾ ਕੰਪਿਊਟਰ ਚ ਪਿਆ, ਲੈਪਟਾਪ ਚ ਪਿਆ, ਹੈਕ ਕਰ ਲਿਆ। ਇੱਕ ਤੁਹਾਡੀ ਇਨਫੋਰਮੇਸ਼ਨ ਤੁਹਾਡੇ ਮਾਈਂਡ ਚ ਹੈ, ਇਨਫੋਰਮੇਸ਼ਨ ਔਨ OTP ਤੁਹਾਡੇ ਕੋਲ ਸਕਰੀਨ ਚ ਆਇਆ, ਤੁਹਾਡੇ ਮਾਈਂਡ ਚ ਸਟੋਰ ਹੈ, ਜਾਂ ਕੋਈ ਪਰਸਨਲ ਜਾਣਕਾਰੀ, ਉਹ ਲੋਕ ਤੁਹਾਨੂੰ ਇਦਾਂ ਦੀਆਂ ਮਿੱਠੀਆਂ ਗੱਲਾਂ ਕਰਕੇ ਬਹਿਲਾ ਫੁਸਲਾ ਕੇ ਕਿਸੇ ਵੀ ਤਰੀਕੇ ਨਾਲ OTP ਲੈਣਗੇ। ਜਿਸ ਤਰ੍ਹਾਂ ਤੁਸੀਂ ਦੇਣਾ, ਦੇਖੋ ਡਿਜੀਟਲਾਈਜੇਸ਼ਨ IT ਐਕਟ ਨੇ ਈ-ਕਾਮਰਸ ਨੂੰ ਇੰਪਾਵਰ ਕਰਤਾ, ਡਿਜੀਟਲ ਪੇਮੈਂਟਸ ਨੂੰ ਇੰਪਾਵਰ ਕਰਤਾ, ਇਹ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ। ਲੇਕਿਨ ਸਾਨੂੰ ਆਪਣੇ ਯੂਥ ਨੂੰ, ਆਪਣੇ ਆਵਾਮ ਨੂੰ ਟ੍ਰੇਨ ਕਰਨਾ ਪੈਣਾ। ਬਾਰ-ਬਾਰ ਤੁਹਾਨੂੰ ਆਹੀ ਮੈਸੇਜ ਆਉਂਦੇ ਨੇ, ਕਿਸੇ ਨਾਲ ਸ਼ੇਅਰ ਨਾ ਕਰੋ, ਕੋਈ ਤੁਹਾਡੇ ਤੋਂ OTP ਨਹੀਂ ਮੰਗਦਾ। ਇਹ ਸੋਸ਼ਲ ਇੰਜੀਨੀਅਰਿੰਗ ਅਟੈਕਸ ਇੰਨੇ ਕਾਮਨ ਹੋ ਚੁੱਕੇ ਆ, ਇਹ ਕੋਈ ਨਾ ਕੋਈ ਤੁਹਾਡੇ ਕੋਲ ਗੱਲਾਂ 'ਚ ਗੱਲਾਂ ਕਢਵਾ ਲੈਂਦੇ। ਜਿਸ ਤਰ੍ਹਾਂ ਤੁਸੀਂ ਇੱਕ ਪ੍ਰੋਗਰਾਮ ਹੋਸਟ ਕਰ ਰਹੇ ਹੋ, ਸਾਡੀਆਂ ਗੱਲਾਂ 'ਚ ਤੁਸੀਂ 50 ਗੱਲਾਂ ਲੈ ਸਕਦੇ, ਇਹ ਪੋਜ਼ਿਟਿਵ ਲੋਕ ਤੱਕ ਮੈਸੇਜ ਜਾਏਗਾ। ਇਸ ਤਰ੍ਹਾਂ ਲੋਕ ਸੋਸ਼ਲ ਇੰਜੀਨੀਅਰਿੰਗ ਅਟੈਕਸ ਕਰਕੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਆ, ਤੇ ਇਹਦਾ ਹੱਲ ਇਹ ਹੈ ਕਿ ਤੁਹਾਨੂੰ ਇੱਕ ਲਿਮਿਟਿਡ ਗੱਲ ਕਰਨੀ ਚਾਹੀਦੀ ਔਰ ਅਵੇਅਰ ਹੋਣਾ ਚਾਹੀਦਾ, ਚੈਨਲਸ ਰਾਹੀਂ ਪੜ੍ਹ ਕੇ ਜਾਂ ਇੰਟਰਨੈਟ ਦੀ ਚੰਗੀ ਵਰਤੋਂ ਕਰਕੇ, ਜਾਣਕਾਰੀਆਂ ਹਰ ਜਗ੍ਹਾ ਜੀ। ਕਿਉਂਕਿ ਇੱਕ ਤਾਂ ਚੀਜ਼ ਅਪਰਾਧ ਇਹ ਹੋ ਗਿਆ ਕਿ ਅਸੀਂ ਵਿਕਰਾਂਤ ਜੀ OTP ਖੁਦ ਹੀ ਸ਼ੇਅਰ ਕਰ ਦਿੱਤਾ, ਜਾਂ ਉਹਦਾ ਇੱਕ ਹੋਰ ਨਾਮ ਦੇ ਦਿੱਤਾ, ਲੋਕਾਂ ਨੇ ਵੈਰੀਫਿਕੇਸ਼ਨ ਕੋਡ ਦੇ ਕਰਕੇ ਉਹ ਵੀ ਸਾਡਾ ਡਾਟਾ ਜਿਹੜਾ ਲੀਕ ਕਰ ਦਿੱਤਾ। ਇੱਕ ਹੋਰ ਗਲਤ, ਜਿਹੜਾ ਕਈ ਵਾਰ ਗਲਤੀ ਖੁਦ ਹੀ ਕਰ ਜਾਂਦੇ ਲੋਕ, ਬੈਂਕ ਤੋਂ ਪੈਸਾ ਟ੍ਰਾਂਸਫਰ ਕਰਨਾ ਸੀ ਆਪਣੇ ਅਕਾਊਂਟ 'ਚ, ਉਹ ਕਿਸੇ ਹੋਰ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ। ਇਸ ਸਿਚੁਏਸ਼ਨ ਦੇ ਵਿੱਚ ਕਸਟਮਰ ਨੂੰ ਕੀ ਕਰਨਾ ਚਾਹੀਦਾ? ਮੈਂ ਤੁਹਾਨੂੰ ਦੱਸਦਾ, ਅਗਰ ਗਲਤ ਇਹ 'ਚ ਕਿੰਨਾ ਕੋਈ ਘਬਰਾਉਣ ਦੀ ਗੱਲ ਨਹੀਂ, ਥੋੜਾ ਜਿਹਾ ਪ੍ਰੋਸੈਸ ਸਾਡਾ ਸਲੋ ਹੈ, ਬਟ ਜਸਟਿਸ ਡਿਲੇ ਬਟ ਨੈਵਰ ਡਿਨਾਈਡ। ਤੁਸੀਂ ਇਮੀਡੀਏਟਲੀ ਅਗਰ ਗਲਤ ਅਕਾਊਂਟ 'ਚ ਟ੍ਰਾਂਸਫਰ ਹੋ ਗਿਆ, ਇਮੀਡੀਏਟਲੀ ਉਸ ਬ੍ਰਾਂਚ ਮੈਨੇਜਰ ਨੂੰ ਜਾ ਕੇ ਐਪਲੀਕੇਸ਼ਨ ਦਿਓ। ਟੈਲੀਫੋਨ ਤੇ ਉਹਨਾਂ ਦੇ ਕਸਟਮਰ ਕੇਅਰ ਹੈ, ਪ੍ਰਾਈਵੇਟ ਬੈਂਕਿੰਗਸ ਦੀ ਗੱਲ ਕਰਾਂ, ਅੱਜਕੱਲ ਸਰਕਾਰੀ ਵੀ ਅੱਛੇ ਪਲੇਟਫਾਰਮਸ ਤੇ ਆ ਗਏ ਨੇ,
ਇਮੀਡੀਏਟਲੀ ਇਨਫੋਰਮ ਕਰੋ, ਉਹ ਇਮੀਡੀਏਟ ਵੈਰੀਫਾਈ ਕਰਨਗੇ ਤੇ ਵਿਦਿਨ 24 ਆਵਰਸ ਟੂ 72 ਆਵਰਸ ਤੁਹਾਡਾ ਪੈਸਾ ਤੁਹਾਡੇ ਅਕਾਊਂਟ 'ਚ ਵਾਪਸ ਆਉਂਦਾ। ਇਨ ਕੇਸ ਤੁਹਾਡੀ ਬੈਂਕ ਮੈਨੇਜਰ ਵੀ ਨਹੀਂ ਸੁਣਦਾ, ਆਰਬੀਆਈ ਵੱਲੋਂ ਓਮਬਡਸ ਪਰਸਨ ਨੋਮੀਨੇਟ ਕੀਤੇ ਗਏ ਨੇ। ਤੁਸੀਂ ਆਰਬੀਆਈ ਗੂਗਲ ਤੇ ਆਰਬੀਆਈ ਟਾਈਪ ਕਰੋਗੇ, ਓਮਬਡਸ ਲਿਖ ਕੇ ਉਹਦੀ ਡਿਟੇਲ ਆ ਜਾਏਗੀ, ਤੁਸੀਂ ਉੱਥੇ ਵੀ ਆਪਣੀ ਕੰਪਲੇਂਟ ਰਜਿਸਟਰ ਕਰਵਾਓਗੇ ਤੇ ਕੰਸਰਨਡ ਮੈਨੇਜਰ ਤੇ ਐਕਸ਼ਨ ਵੀ ਲਿੱਤਾ ਜਾ ਸਕਦਾ ਅਗਰ ਉਹ ਤੁਹਾਡੀ ਕੰਪਲੇਂਟ ਨੂੰ ਹੈਂਡਲ ਨਹੀਂ ਕਰਦੇ। ਮਨੂ ਜੀ, ਇੱਕ ਮੀਡੀਆ ਦੇ ਵਿੱਚ ਪਿੱਛੇ ਜੇ ਇੱਕ ਮਾਮਲਾ ਆਇਆ ਚੰਡੀਗੜ੍ਹ ਦਾ, ਉੱਥੇ ਲੜਕੀ ਦੇ ਜਿਹੜਾ ਸੋਸ਼ਲ ਮੀਡੀਆ ਦੇ ਥਰੂ ਜੋ ਉਹਦੀ ਪਰਸਨਲ ਲਾਈਫ ਨੂੰ ਅੱਗੇ ਲਿਆਂਦਾ ਗਿਆ, ਜੋ ਸੋਸ਼ਲ ਮੀਡੀਆ ਤੇ ਲੈ ਕੇ ਲੜਕੀਆਂ ਨੂੰ, ਲੇਡੀਜ਼ ਨੂੰ, ਜਾਂ ਜਿਹੜੀਆਂ ਬੱਚੀਆਂ ਹੋਸਟਲ 'ਚ ਰਹਿ ਰਹੀਆਂ ਨੇ, ਇਹ ਜਿਹੜੀ ਅਪਰਾਧ ਜਿਹੜਾ ਜੁੜ ਗਿਆ, ਉਹਨੂੰ ਕਿਵੇਂ ਵੇਖਦੇ ਹੋ? ਕਿਵੇਂ ਅਸੀਂ ਇਹਨੂੰ ਕਾਬੂ ਕਰ ਸਕਦੇ ਹਾਂ? ਦੇਖੋ, ਜਿਵੇਂ ਵਕੀਲ ਸਾਹਿਬ ਨੇ ਦੱਸਿਆ ਕਿ ਜੀ ਇਹ ਤਾਂ ਆਪ ਨੂੰ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਕਿ ਮੇਰਾ ਮੋਬਾਈਲ ਹੈ ਜੀ, ਇਹ ਹੈਕ ਨਾ ਹੋ ਜਾਏ, ਮੇਰੀ ਕੋਈ ਆਈਡੀ ਹੈ ਉਹ ਹੈਕ ਨਾ ਹੋ ਜਾਏ, ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਉਹਦੇ ਉੱਤੇ ਪਾਸਵਰਡਸ ਇਹੋ ਜਿਹੇ ਲਾ ਕੇ ਰੱਖੋ ਜਿਹੜੇ ਕ੍ਰੈਕ ਨਾ ਹੋ ਜਾਣ। ਜਿਵੇਂ ਤੁਸੀਂ ਐਗਜ਼ਾਮਪਲ ਦਿੱਤਾ ਹੈਗਾ ਚੰਡੀਗੜ੍ਹ ਦੇ ਜਿਹੜਾ ਵੀ ਇਨਸੀਡੈਂਟ ਹੋਇਆ ਸੀਗਾ, ਉਹਦੇ ਵਿੱਚ ਵੀ ਤੁਸੀਂ ਇਹ ਦੇਖੋ ਕਿ ਇਹੀ ਗੱਲ ਬਣੀ ਹੈ ਕਿ ਉਹ ਫਾਸਟ ਨੈਟਵਰਕ ਜਿਹੜਾ ਹੈ ਕਿ ਉਹ ਇੱਕ ਬੰਦੇ ਕੋਲ ਪਹੁੰਚੀ, ਫਿਰ ਦੂਸਰੇ ਕੋਲ ਪਹੁੰਚੀ ਔਰ ਫਿਰ ਉਹ ਵਾਇਰਲ ਹੋ ਜਾਂਦੀ ਹੈ। ਲੇਕਿਨ ਅਗਰ ਇਹਨੂੰ ਫਸਟ ਸਟੈਪ ਤੇ ਹੀ ਰੋਕ ਲਿਆ ਜਾਂਦਾ, ਜਿਵੇਂ ਵਕੀਲ ਸਾਹਿਬ ਨੇ ਦੱਸਿਆ ਕਿ 1930 ਤੇ ਕੰਪਲੇਂਟ ਕੀਤੀ ਜਾਂਦੀ ਕਿ ਮੈਨੂੰ ਕੋਈ ਇਹੋ ਜਿਹਾ ਡਰ ਹੈ, ਪੁਲਿਸ ਨੂੰ ਪਤਾ ਲੱਗਦਾ, ਪੁਲਿਸ ਆਪਦੇ ਸਾਈਬਰ ਜਿਹੜਾ ਉਹਨਾਂ ਦਾ ਨੈਟਵਰਕ ਹੈ ਉਹਦੇ ਥਰੂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੀ, ਤਾਂ ਸ਼ਾਇਦ ਇਹ ਵਾਇਰਲ ਨਹੀਂ ਹੁੰਦਾ। ਕਿਤੇ ਨਾ ਕਿਤੇ ਦੇਖੋ, ਜਿਹੜੇ ਬੱਚੇ ਨੇ ਉਹ ਅਵੇਅਰ ਨਹੀਂ ਹੈ ਸਾਈਬਰ ਕ੍ਰਾਈਮ ਨੂੰ ਲੈ ਕੇ। ਇਹ ਸਕੂਲਾਂ 'ਚ ਪੜ੍ਹ ਰਹੇ, ਕਾਲਜਸ ਦੇ ਵਿੱਚ ਅਸੀਂ ਇਹਨਾਂ ਨੂੰ ਬੱਚੇ ਹੀ ਕਹਾਂਗੇ, ਹਾਲਾਂਕਿ ਆਪਣੇ ਆਪ ਨੂੰ ਬਹੁਤ ਐਡਵਾਂਸ ਪੀੜ੍ਹੀ ਮੰਨਦੀ ਹੈ, ਲੇਕਿਨ ਹਜੇ ਇਹ ਇੰਨੇ ਮੈਚੁਰ ਨਹੀਂ ਹੋਏ ਕਿ ਇਹਨਾਂ ਨਾਲ ਕੀ ਹੋ ਰਿਹਾ ਹੈ ਇਹਨਾਂ ਨੂੰ ਪਤਾ ਲੱਗ ਜਾਏ ਤਤਕਾਲ। ਐਸਾ ਕੁਝ ਨਹੀਂ ਹੈ। ਔਰ ਪਲੇਟਫਾਰਮਸ ਵੀ ਅਣਗਿਣਤ ਨੇ। ਪਹਿਲਾਂ ਸਿਰਫ WhatsApp ਹੁੰਦਾ ਸੀ, Facebook ਹੁੰਦਾ ਸੀ, Twitter ਹੁੰਦਾ ਸੀ, ਹੁਣ ਤਾਂ ਗਾਂ ਤੋਂ ਗਾਂ ਹਰ ਰੋਜ਼ ਇੱਕ ਨਵਾਂ ਸ਼ਾਇਦ ਐਡ ਹੋ ਰਿਹਾ ਹੈਗਾ। ਮੈਂ ਇਹਨਾਂ ਦੀ ਗੱਲ ਨੂੰ ਕੰਟੀਨਿਊ ਨਾਲ ਕਰਾਂਗਾ ਜੀ। ਸੋਸ਼ਲ ਮੀਡੀਆ ਸੇਵੀ ਕਿਸ ਤਰ੍ਹਾਂ ਕਹੀਏ, ਇੱਕ ਸ਼ਬਦ ਹੈ ਕਿ ਸੋਸ਼ਲ ਮੀਡੀਆ ਹਰ ਕਿਸੇ ਨੇ ਇਸਤੇਮਾਲ ਕਰਨਾ, ਫੇਸਬੁੱਕ ਹੈ, ਇੰਸਟਾਗ੍ਰਾਮ ਹੈ, ਟਵਿੱਟਰਸ ਹੈ, ਹਰ ਪਲੇਟਫਾਰਮ ਹੈ। ਉਹਦੇ ਲਈ ਇੱਕ ਸਪੈਸੀਫਿਕ ਗਾਈਡਲਾਈਨਸ ਹੈ, ਸਪੈਸ਼ਲੀ ਸਾਡੀ ਜਿਹੜੀਆਂ ਗਰਲ ਚਿਲਡਰਨ ਹੈ, ਚਾਹੇ ਬॉयਜ਼ ਵੀ ਨੇ, ਸਭ ਲਈ ਹੈ। ਤੁਸੀਂ ਅਨਨੋਨ ਫਰੈਂਡਸ ਨੂੰ ਐਡ ਹੀ ਨਾ ਕਰੋ। ਅੱਜ ਕੱਲ ਟ੍ਰੈਂਡ ਚੱਲਿਆ ਜਿਹਦੇ ਜਿੰਨੇ ਜ਼ਿਆਦਾ ਫਾਲੋਅਰਸ ਉਹਦਾ ਉਹਨਾਂ ਫੇਮਸ। ਅਗਰ ਤੁਸੀਂ ਅਨਨੋਨ ਕਿੰਨੇ ਲੋਕਾਂ ਨੂੰ ਫੋਲੋ ਕਰ ਲੋਗੇ, ਤੁਸੀਂ ਇੱਕ ਫੋਟੋ ਆਪਣੀ ਪੋਸਟ ਕੀਤੀ, ਜਿਹਨੂੰ ਅਸੀਂ ਆਪਣਾ ਇੱਕ ਪਿਕਚਰ ਨੂੰ ਐਡਿਟ ਕਰਨ ਦੇ ਮਸਲੇ ਆਉਂਦੇ, ਤੁਹਾਡੀ ਫੋਟੋ ਤੇ ਸਿਰ ਕਿਸੇ ਹੋਰ ਦਾ ਲਗਾ ਕੇ ਤੁਹਾਨੂੰ ਡਿਫੇਮ ਕਰਦਾ, ਤੇ ਕਾਨੂੰਨ ਕਹਿੰਦਾ ਹੈ ਇਹ ਪਰਸਨ ਕੈਨ ਨਾਟ ਬੀਅਰ ਦਾ ਲਾਸ ਆਫ ਰੈਪੂਟੇਸ਼ਨ। ਤੁਸੀਂ ਆਪਣੀ ਰੈਪੂਟੇਸ਼ਨ ਨੂੰ ਨਹੀਂ ਕਰ ਸਕਦੇ, ਬਟ ਤੁਸੀਂ ਯੂਜ਼ ਕਿੱਦਾਂ ਕਰਨਾ ਹੈ, ਤੁਸੀਂ ਆਪਣੇ ਫਰੈਂਡਸ ਗਰੁੱਪ 'ਚ ਕਰੋ। ਤੁਸੀਂ ਕੋਈ ਵੀ ਇਦਾਂ ਦੀ, ਮੈਂ ਇੱਕ ਪਹਿਲੇ ਵੀ ਦੱਸਿਆ, IT ਐਕਟ ਕਹਿੰਦਾ ਹੈ ਕਿ ਅਗਰ ਤੁਸੀਂ ਕੋਈ ਗਲਤ ਇਮੇਜ ਜਾਂ ਗਲਤ ਵੀਡੀਓ ਜਿਹੜੀ ਆਬਸੀਨ ਹੈ ਗਰੁੱਪਾਂ 'ਚ ਵੀ ਫਾਰਵਰਡ ਕਰਦੇ ਹੋ, ਤੁਹਾਡੇ ਤੇ ਕੇਸ ਰਜਿਸਟਰ ਹੋ ਸਕਦਾ। ਲੋਕੀ ਕਈ ਵਾਰੀ ਮੈਂ ਦੇਖਦਾ ਉਹਨਾਂ ਨੂੰ ਗਿਆਨ ਨਹੀਂ ਹੈਗਾ, ਇੱਕ ਦੂਜੇ ਨੂੰ ਗਲਤ ਫੋਟੋਜ਼, ਗ੍ਰਾਫਸ ਜਾਂ ਵੀਡੀਓਜ਼ ਵੀ ਭੇਜਦੇ ਰਹਿੰਦੇ। ਦੈਟ ਇਜ਼ ਆਲਸੋ ਕ੍ਰਾਈਮ। ਹੁਣ ਸੋਸ਼ਲ ਮੀਡੀਆ ਸੇਵੀ ਗਾਈਡਲਾਈਨਸ ਜਦੋਂ ਇੰਟਰਨੈਟ ਤੇ ਅਵੇਲੇਬਲ ਹੈ, ਤੁਹਾਡੇ ਚੈਨਲ ਰਾਹੀਂ ਅਸੀਂ ਦੱਸ ਰਹੇ ਉਹਨੂੰ ਫੋਲੋ ਕਰਨ, ਪਰ ਸਪੈਸੀਫਿਕਲੀ ਆਪਣੇ ਫਰੈਂਡਸ ਐਂਡ ਫੈਮਲੀਜ਼ ਦੇ ਵਿੱਚ ਰਹੋ ਜਿੱਥੇ ਤੁਸੀਂ ਇੱਕ ਦੂਜੇ ਨੂੰ ਟ੍ਰੇਸ ਕਰ ਸਕੋ, ਕੁਝ ਗਲਤ ਵੀ ਹੋ ਜੇ। ਕਦੀ ਕੌਣ ਬਣੇਗਾ ਕਰੋੜਪਤੀ ਸ਼ੋਅ ਹੈ, ਉਹਦੇ ਨਾਂ ਤੇ ਫਰਾਡ ਹੋ ਗਿਆ, ਡਾਂਸ ਸ਼ੋਅ ਦੇ ਨਾਂ ਤੇ ਹੋ ਗਿਆ, ਜੋ ਵੱਡੇ ਵੱਡੇ ਪਲੇਟਫਾਰਮ ਨੇ ਜਿੱਥੇ ਅਕਸਰ ਸਾਡਾ ਧਿਆਨ ਚਲੇ ਜਾਂਦਾ, ਉਹਦੇ ਨਾਂ ਤੇ ਫਰਾਡ ਹੋ ਗਿਆ। ਹੁਣ ਆਪਾਂ ਕ੍ਰਿਸਪ ਕੱਢਦੇ ਹਾਂ ਜਾਂ ਨਿਚੋੜ ਕੱਢਦੇ ਹਾਂ, ਪ੍ਰੋਗਰਾਮ ਦੇ ਅੰਤ ਵੱਲ ਵਧ ਰਹੇ ਹਾਂ। ਬਚਿਆ ਕਿਵੇਂ ਜਾਵੇ? ਕਿਉਂਕਿ ਲੈ ਦੇ ਕੇ ਤਾਂ ਸਾਡਾ ਜੋ ਮੰਚ ਦਾ ਕੰਸਰਨ ਇਹ ਹੈ ਕਿ ਲੋਕਾਂ ਨੂੰ ਵੱਧ ਤੋਂ ਜਾਗਰੂਕ ਕਰਨਾ, ਸਾਈਬਰ ਅਪਰਾਧ ਜਿਹੜੇ ਵੱਧ ਰਹੇ ਨੇ। ਰਾਣਾ ਸਾਹਿਬ, ਬਚਿਆ ਕਿਵੇਂ ਜਾਵੇ? ਇਹਦੇ ਬਾਰੇ ਦੇਖੋ, ਤਿੰਨ ਚੀਜ਼ਾਂ ਹੈ, ਪੀਪਲ, ਪ੍ਰੋਸੈਸ ਤੇ ਟੈਕਨੋਲੋਜੀ। ਟੈਕਨੋਲੋਜੀ ਬਹੁਤ ਵਧੀਆ ਆ ਗਈ, ਐਪਲ ਫੋਨ ਹੈ, ਐਂਡਰੋਇਡ ਫੋਨ ਹੈ, ਹਰ ਕੋਈ ਸਿਕਿਉਰ ਹੈ। ਪੀਪਲ, ਅਸੀਂ ਲੋਕ ਆ, ਅਸੀਂ ਲੋਕ ਨਾ OTP ਸ਼ੇਅਰ ਕਰੀਏ, ਪ੍ਰੋਪਰ ਸੋਸ਼ਲ ਮੀਡੀਆ ਗਾਈਡਲਾਈਨਸ ਫੋਲੋ ਕਰੀਏ, ਨਾ ਆਪਣੀ ਇਦਾਂ ਦੀਆਂ ਫੋਟੋਆਂ ਕਿਸੇ ਪਾਸੇ ਪਾਈਏ, ਤੁਸੀਂ ਬਚ ਸਕਦੇ ਹੋ। ਦੂਸਰਾ ਗੱਲ ਆ ਗਈ ਈਮੇਲ ਦੀ। ਹੁਣ ਸਵਾਲ ਤੁਸੀਂ ਪਹਿਲੇ ਆਪਣੇ ਆਪ ਨੂੰ ਕਰੋ ਕਿ ਮੈਂ ਕਰੋੜ ਰੁਪਏ ਦੀ ਲਾਟਰੀ ਪਾਈ ਨਹੀਂ ਤੇ ਮੈਂ ਇਹ ਲਾਟਰੀ ਵਾਲਾ ਮੈਨੂੰ ਮੇਲ ਕਿਉਂ ਕਰ ਰਿਹਾ? ਅਸੀਂ ਆਪ ਲਾਲਚ ਆ ਕੇ ਉਹ ਮੇਲਾਂ ਖੋਲਦੇ ਆ, ਉਹਦੇ ਵਿੱਚ ਉਹ ਵਾਇਰਸ ਸਾਡੇ ਸਿਸਟਮ 'ਚ ਟਰੈਵਲ ਕਰਦਾ, ਅਸੀਂ ਕਿਤੇ ਨਾ ਕਿਤੇ ਆਪ ਫਸ ਜਾਂਦੇ ਆ, ਟਰੈਪ 'ਚ ਅਸੀਂ ਆਪ ਜਾਂਦੇ ਆ। ਤੀਸਰਾ, ਜਿਹੜੀ ਈਮੇਲ ਸਪੂਫਿੰਗ ਦੀ ਗੱਲ ਕੀਤੀ ਜਾਂ ਫਾਰਮਿੰਗ ਦੀ ਗੱਲ ਕੀਤੀ ਹੈ, ਹੂਬਹੂ ਵੈਬਸਾਈਟ ਦਾ ਉਹ ਵਾਲਾ ਰੂਪ ਲੈ ਲੈਂਦੀ ਹੈ। ਤੁਸੀਂ ਜਦੋਂ ਮਾਊਸ ਨੂੰ ਉਸ ਵੈਬਸਾਈਟ ਦੇ ਉੱਪਰ ਲੈ ਕੇ ਜਾਓਗੇ, ਜਿਹਨੂੰ ਹੋਵਰ ਕਹਿੰਦੇ ਆ, ਉਹਦੇ ਉੱਪਰ ਉਹਦਾ ਐਡਰੈਸ ਆ ਜਾਏਗਾ ਪਾਰਟਿਕੂਲਰ ਜਿਹੜਾ ਹੈਗਾ, ਜਿੱਦਾਂ doordarshan.com ਲਿਖਿਆ, ਔਰ ਦੂਰਦਰਸ਼ਨ ਨਹੀਂ ਹੋਏਗਾ, xyz.com ਹੋਏਗਾ, ਮਾਊਸ ਦੇ ਉੱਪਰ ਆ ਜਾਏਗਾ। ਉਹਨੂੰ ਤੁਸੀਂ ਇਸ ਤਰ੍ਹਾਂ ਵੈਰੀਫਾਈ ਕਰੋ ਔਰ ਕਲੋਜ਼ਲੀ ਵੈਬਸਾਈਟ ਦੇ ਸਪੈਲਿੰਗ ਚੈੱਕ ਕਰੋ। ਦੂਰਦਰਸ਼ਨ ਦੇ ਵਿੱਚ R ਦੀ ਜਗ੍ਹਾ SOO ਦੀ ਜਗ੍ਹਾ TRIPPLE ਪਾ ਦਿੱਤਾ ਜਾਵੇ, ਤਾਂ ਵੀ ਉਹ ਵੈਬਸਾਈਟ ਨਕਲੀ ਹੈ। ਇਹ ਚੀਜ਼ਾਂ ਦਾ ਧਿਆਨ ਰੱਖੇ ਅਸੀਂ ਸਾਈਬਰ ਅਪਰਾਧ ਤੇ ਕਾਬੂ ਪਾ ਸਕਦੇ ਹਾਂ। ਰਾਣਾ ਜੀ, ਮਨੂਪਾਲ ਜੀ, ਅੱਜ ਦੇ ਇਸ ਵਿਸ਼ੇ ਬਾਰੇ ਜੋ ਕਿ ਅੱਜ ਦੇ ਸਮਾਜ ਦੇ ਵਿੱਚ ਮੈਨੂੰ ਲੱਗਦਾ, ਸਾਨੂੰ ਲੱਗਦਾ ਇੱਥੋਂ ਕਿ ਬਹੁਤ ਜ਼ਰੂਰੀ ਵਿਸ਼ਾ, ਉਹਦੇ ਬਾਰੇ ਇੰਨੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ, ਰਾਏ ਸਾਨੂੰ ਪਾਇਆ, ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਅਪਣਾਈਏ ਤੇ ਸਾਈਬਰ ਅਪਰਾਧ ਦੇ ਵਿੱਚੋਂ ਅਸੀਂ ਬਚ ਕੇ ਨਿਕਲੀਏ। ਸੋ ਬਹੁਤ ਬਹੁਤ ਧੰਨਵਾਦ ਸਟੂਡੀਓ ਦਾ ਹਿੱਸਾ ਬਣਨ ਲਈ। ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ।